संसे परम हृदय के तज कै, जन्म सधारो श्री गुर भज कै। वाहिगुरु जी का खालसा वाहिगुरु जी की फतेह। सन्मान सत्कार योग गुरु सवारी गुरु प्यारी गुरु कारू स्वरूप खालसा साध संगत वडभागी हो बड़े प्यार सहित ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਿਆਰੀ ਨਿੱਘੀ ਗੋਦ ਵਿੱਚ ਇਹ ਗੁਰੂ ਕੇ ਪਾਵਨ ਪਵਿੱਤਰ ਖੂਨ ਨਾਲ ਸਿੰਜੀ ਹੋਈ ਔਰ ਜੁਗਾਂ ਜੁਗਾਂਤਰਾਂ ਤੱਕ ਬਖਸ਼ਿਸ਼ਾਂ ਰਹਿਮਤਾਂ ਵਾਲੀ ਬਣੀ ਹੋਈ ਇਸ ਪਾਵਨ ਪਵਿੱਤਰ ਧਰਤ ਤੇ ਨਤਮਸਤਕ ਹੋ ਕੇ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲ ਬੈਠ ਕੇ ਗੁਰੂ ਦੇ ਸ਼ਬਦ ਕੀਰਤਨ ਦਾ ਆਪ ਜੀ ਨੇ ਆਨੰਦ ਮਾਣਿਆ। ਗੁਰੂ ਚਰਨਾਂ 'ਚ ਅਰਦਾਸ ਸਾਹਿਬ ਜੀ ਦੇ ਅੱਜ ਦੇ ਪਾਵਨ ਗੁਰਫਰਮਾਨ ਆਪ ਜੀ ਨੇ ਸਰਵਣ ਕੀਤੇ। ਲੜੀਵਾਰ ਚੱਲ ਰਹੇ ਇਤਿਹਾਸ ਦੇ ਨਾਲ ਆਪ ਜੀ ਦੀ ਸੁਰਤ ਨੂੰ ਜੋੜਾ। ਦਿੱਲੀ ਦੀ ਧਰਤੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਬਾਬਾ ਬਸੇ ਜੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਕਲ ਸੰਭਾਲੇ ਇਹ ਬਚਨ ਕਹਿ ਕੇ ਗੁਰਤਾ ਗੱਦੀ ਨੌਵੇਂ ਪਾਤਸ਼ਾਹ ਜੀ ਨੂੰ ਦੇ ਕੇ ਜੋਤੀ ਜੋਤ ਸਮਾਏ। ਬਕਾਲੇ ਦੀ ਧਰਤੀ ਤੇ ਸੰਗਤਾਂ ਜਾਣ ਲੱਗ ਪਈਆਂ। ਧੀਰ ਮਲ ਸਮੇਤ 22 ਝੂਠੇ ਗੁਰੂਆਂ ਨੇ ਮੰਜੀਆਂ ਢਾਹ ਲੀਆਂ। ਮੱਖਣ ਸ਼ਾਹ ਲਬਾਣਾ ਜੋ 7ਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਤੋਂ ਗੁਰੂ ਘਰ ਦਾ ਸਿੱਖ ਹੈ, ਪ੍ਰਚਾਰਕ ਵੀ ਹੈ, ਬਹੁਤ ਵੱਡਾ ਇਹਦਾ ਕਾਰੋਬਾਰ ਹੈ। ਸੂਰਤ ਦੇ ਇਲਾਕੇ ਗੁਜਰਾਤ ਵਿੱਚ, ਕਾਠੀਆਵਾੜ ਗੁਜਰਾਤ ਦੇ ਇਲਾਕੇ ਦਾ ਪ੍ਰਚਾਰਕ ਸੀ। ਉਸੇ ਇਲਾਕੇ ਵਿੱਚ ਵਿਦੇਸ਼ ਤੋਂ ਬਾਹਰਲੇ ਮੁਲਕ ਤੋਂ ਆਉਂਦੇ ਆ ਸਮੁੰਦਰ ਵਿੱਚ ਇਹਦਾ ਬੇੜਾ ਫਸਿਆ। ਗੁਰੂ ਚਰਨਾਂ 'ਚ ਇਹਨੇ ਅਰਦਾਸ ਕੀਤੀ, ਬੇੜਾ ਬੰਨੇ ਲੱਗਾ। ਆਪਣੇ ਪਰਿਵਾਰ ਨੂੰ ਨਾਲ ਲੈ ਕੇ ਮੱਖਣ ਸ਼ਾਹ ਲੁਬਾਣੇ ਦੀ ਘਰਵਾਲੀ ਬੀਬੀ ਸਲੋਜ਼ਈ, ਇਹਦਾ ਪੁੱਤਰ ਇੱਕ ਲਾਲ ਚੰਦ, ਇੱਕ ਚੰਦੂ ਲਾਲ, ਇਹਨਾਂ ਦੋਵਾਂ ਪੁੱਤਰਾਂ ਨੂੰ ਆਪਣੀ ਘਰਵਾਲੀ ਨੂੰ ਨਾਲ ਲੈ ਕੇ ਇਹ ਬਕਾਲੇ ਪਹੁੰਚਿਆ। ਇਹਨੇ ਪਰਖ ਕਰਕੇ ਬੜੇ ਧਿਆਨ ਦੇ ਨਾਲ ਅਕਲੀ ਤੀਜੇ ਦਾਨ ਵਾਲੀ ਗੁਰੂ ਦੀ ਜੁਗਤ ਵਰਤੀ ਤੇ ਇਹ 22 ਪਖੰਡੀ ਜਿਹੜੇ ਨੇ ਇਹਨੇ ਜਾਣ ਲੈ ਪਈ ਇਹ ਝੂਠੇ ਨੇ। ਨੌਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਇਹਨੇ ਲੱਭ ਲਿਆ। ਨੌਵੇਂ ਪਾਤਸ਼ਾਹ ਜੀ ਨੇ ਇਹਦੇ ਦਿਲ ਦੀ ਜਾਣੀ ਕਿ ਮੱਖਣ ਸ਼ਾਹ ਉਦੋਂ ਤੋਂ ਅਰਦਾਸ ਕਰਦਾ ਸੀ 500 ਮੋਹਰ ਭੇਟ ਕਰਾਂਗਾ, 2 ਚੜਾ ਰਿਹਾ। ਗੁਰੂ ਘਰ ਦੇ ਦਸਵੰਧ ਦੀ ਮਾਇਆ ਰੱਖੀ ਦੀ ਨਹੀਂ। ਮੱਖਣ ਸ਼ਾਹ ਨੇ ਵੇਖਿਆ ਵੀ ਜੋ ਸਮੁੰਦਰ ਵਿੱਚ ਘਟਨਾ ਹੋਈ ਹੈ ਮੈਨੂੰ ਪਤਾ ਤੇ ਗੁਰੂ ਨੂੰ ਪਤਾ ਹੈ। ਇਹਨਾਂ ਨੇ ਉਹ ਘਟਨਾ ਦੱਸੀ ਹੈ, ਆਪਣੀ ਇਮਾਨਤ ਆਪ ਮੇਰੇ ਤੋਂ ਮੰਗੀ ਹੈ। ਇਹ ਸੱਚਾ ਗੁਰੂ ਹੈ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਢਹਿ ਪਿਆ। ਸਤਿਗੁਰੂ ਮਹਾਰਾਜ ਜੀ ਵਾਸਤੇ ਸੋਹਣਾ ਪੁਸ਼ਾਕਾ ਲੈ ਕੇ ਆਇਆ, ਮਹਾਰਾਜ ਜੀ ਨੂੰ ਪਹਿਨਾਇਆ, ਸੋਹਣੀ ਦਸਤਾਰ ਭੇਟਾ ਕੀਤੀ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸੀਸ ਤੇ ਸਜਾਈ। ਇੱਕ ਚਾਦਰਾ ਭੇਟਾ ਕੀਤਾ ਜਿਹਦੀ ਮਹਾਰਾਜ ਜੀ ਨੇ ਬੁੱਕਲ ਮਾਰੀ। ਹੁਣ ਤੱਕ ਸਤਿਗੁਰੂ ਮਹਾਰਾਜ ਜੀ ਭਾਈ ਮੇਹਰੇ ਦੇ ਘਰ ਵਾਲੀ ਥਾਂ ਤੇ ਭੋਰਾ ਸਾਹਿਬ ਵਿੱਚ ਛੋਟੀ ਜਿਹੀ ਥਾਂ ਤੇ ਗਰੀਬ ਨਵਾਜ ਮਹਾਰਾਜ ਜੀ ਗੁਪਤ ਰਹਿੰਦੇ ਸਨ। ਅੱਜ ਮੱਖਣ ਸ਼ਾਹ ਨੇ ਬੜੀਆਂ ਬੇਨਤੀਆਂ ਕਰਕੇ, ਤਰਲੇ ਕਰਕੇ ਸਤਿਗੁਰੂ ਮਹਾਰਾਜ ਜੀ ਨੂੰ ਪ੍ਰਗਟ ਕੀਤਾ। ਬਹੁਤ ਸੋਹਣਾ ਬਾਹਰ ਇੱਕ ਥੜਾ ਬਣਾਇਆ, ਸੋਹਣੀ ਵਿਛਾਈ ਕੀਤੀ, ਉੱਪਰ ਚੰਦੋਵਾ ਲਾਇਆ। ਸਤਿਗੁਰੂ ਮਹਾਰਾਜ ਜੀ ਨੂੰ ਉਸ ਥੜੇ ਦੇ ਉੱਪਰ ਬਿਠਾਇਆ। ਵਿਦਵਾਨਾਂ ਨੇ 9 ਅਕਤੂਬਰ 1664 ਦਾ ਇਹ ਦਿਨ ਦੱਸਿਆ ਜਿੱਦਣ ਇਹਨੇ ਸਤਿਗੁਰੂ ਜੀ ਨੂੰ ਗੁਰੂ ਰੂਪ ਵਿੱਚ ਪ੍ਰਗਟ ਕਰਕੇ ਬਕਾਲੇ ਦੀ ਧਰਤੀ ਤੇ ਪਖੰਡੀਆਂ ਦਾ, ਦੰਭੀਆਂ ਦਾ ਪਰਦਾਫਾਸ਼ ਕਰਦਿਆਂ ਗੁਰੂ ਨਾਨਕ ਦੀ 9ਵੀਂ ਜੋਤ, 9ਵੇਂ ਸਰੂਪ ਨੂੰ ਉਜਾਗਰ ਕਰਕੇ, ਪ੍ਰਗਟ ਕਰਕੇ ਸੰਗਤਾਂ ਨੂੰ ਇਹ ਪ੍ਰੇਰਣਾ ਦਿੱਤੀ ਹੈ, ਭਾਈ ਸੱਚਾ ਗੁਰੂ ਜਿਹੜਾ ਉਹ ਆ ਹੈ।
ਕੱਲ ਦੇ ਦੀਵਾਨ ਵਿੱਚ ਇੱਥੋਂ ਤੱਕ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਸੀ। ਜਿਵੇਂ ਅਗਲੀ ਕਥਾ ਹੋਵੇ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਗੁਰੂ ਕੀ ਗਾਥਾ ਨੂੰ ਜਿਵੇਂ ਵਰਣਨ ਕਰਦੇ ਨੇ, ਆਪ ਜੀ ਮਨ ਬਿਰਤੀ ਇਕਾਗਰ ਕਰਕੇ ਸਰਵਣ ਕਰੋ, ਰਸਨਾ ਪਵਿੱਤਰ ਕਰੋ, ਸਾਰੇ ਜਪੋ ਸਤਨਾਮ ਵਾਹਿਗੁਰੂ ਜੀ। ਵਹਿ ਰਸ ਤੰਡਲ ਤੋ ਬਲੰਦ। ਇੱਕ ਘਰ ਤੋਂ ਬਾਹਰ ਵਾਰ ਖੁੱਲੀ ਥਾਂ ਤੇ ਬਹੁਤ ਸੁੰਦਰ ਸਥੰਡਲ ਥੜਾ ਬਣਾਇਆ, ਉਸ ਥੜੇ ਤੇ ਸੋਹਣੀ ਵਿਛਾਈ ਕੀਤੀ। ਤਹਾਂ ਆਏ ਬੈਠੇ ਸੁਖ ਕੰਦ। ਸੁੱਖਾਂ ਦੇ ਮੂਲ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਗੁਰੂ ਰੂਪ ਵਿੱਚ ਉਸ ਥੜੇ ਦੇ ਉੱਪਰ ਬਿਠਾਉਣਾ ਕੀਤਾ। ਤੇ ਸਿਨ ਮੱਖਣ ਚੜਿਓ ਟਾਰੀ। ਉਸ ਵੇਲੇ ਮੱਖਣ ਸ਼ਾਹ ਲੁਬਾਣਾ ਜੋ ਆਪ ਜੀ ਨੇ ਬੜੀ ਵਾਰ ਸੁਣਿਆ ਵੀ ਆਪ ਇੱਕ ਉੱਚੀ ਥਾਂ ਉੱਚੀ ਅਟਾਰੀ ਦੇ ਉੱਪਰ ਚੜ ਗਿਆ। ਸਭ ਸੰਗਤ ਸੋ ਊਚ ਉਚਾਰੀ। ਉੱਚੇ ਕਿਸੇ ਦੇ ਘਰ ਚੁਬਾਰੇ ਤੇ ਉੱਚਾ ਚੜ ਕੇ ਸਾਰੀ ਸੰਗਤ ਨੂੰ ਆਵਾਜ਼ ਦੇ ਦੇ ਕੇ ਬੋਲਦਾ ਹੈ, ਭਲੀਏ ਸੰਗਤ ਸੁਨੋ ਸੁਕਾਨ। ਹੇ ਗੁਰੂ ਨਾਨਕ ਦੇ ਘਰ ਤੇ ਯਕੀਨ ਭਰੋਸਾ ਪਿਆਰ ਤੇ ਸ਼ਰਧਾ ਰੱਖਣ ਵਾਲੀ ਭੋਲੀਏ ਸੰਗਤੇ, ਸਤਿਗੁਰ ਲੱਦਾ ਮਹਦ ਮਹਾਨ। ਜਿਸ ਗੁਰੂ ਦੀ ਭਾਲ ਵਿੱਚ ਤੁਸੀਂ ਦੂਰ ਦਰਾਡੇ ਤੋਂ ਚੱਲ ਕੇ ਬਕਾਲੇ ਆਏ ਹੋ ਨਾ, ਇਹ ਜਿਹੜੇ ਬਾਹਰ ਬਾਈ ਬੈਠੇ ਨੇ ਸਾਰੇ ਝੂਠੇ ਨੇ, ਮੈਂ ਵੇਖ ਲਿਆ ਪਰਖ ਕੀਤੀ ਹੈ, ਇਹਨਾਂ ਚੋਂ ਕੋਈ ਸੱਚਾ ਨਹੀਂ। ਸੱਚਾ ਗੁਰੂ ਮੈਂ ਲੱਭ ਲਿਆ ਹੈ। ਸੰਸੇ ਭਰਮ ਹਿਰਦੇ ਕੋ ਤਜ ਕੈ। ਇਸ ਵਾਸਤੇ ਸੱਚਾ ਗੁਰੂ ਪੂਰਾ ਗੁਰੂ ਮੈਨੂੰ ਮਿਲ ਗਿਆ। ਇਹ ਲਬਾਣੀ ਬਰਾਦਰੀ ਦੇ ਨਾਲ ਸੰਬੰਧ ਹੈ ਮੱਖਣ ਸ਼ਾਹ ਦਾ, ਔਰ ਉਹਨਾਂ ਦੀ ਬੋਲੀ ਜਿਹੜੀ ਹੈ ਉਹ ਇੱਕ ਆਪਣੀ ਵੱਖਰੀ ਭਾਸ਼ਾ, ਉਹਨਾਂ ਦੀ ਵੱਖਰੀ ਬੋਲੀ ਹੈ। ਲਬਾਣੀ ਸਿੱਖਾਂ ਦਾ ਸਿੱਖ ਇਤਿਹਾਸ ਵਿੱਚ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਹੈ। ਮਨਜਾਰੇ ਲਬਾਣੀ ਸਿੱਖ ਜਿਨ੍ਹਾਂ ਨੇ ਗੁਰੂ ਮਹਾਰਾਜ ਜੀ ਦੇ ਸਮੇਂ ਬਹੁਤ ਵੱਡੀਆਂ ਵੱਡੀਆਂ ਸੇਵਾਵਾਂ ਕੀਤੀਆਂ, ਬਹੁਤ ਵੱਡੇ ਵੱਡੇ ਉਹ ਕਾਰਜ ਕੀਤੇ ਕਿ ਜਿਹੜੇ ਰਹਿੰਦੀ ਦੁਨੀਆ ਤੱਕ ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੀ ਕੁੱਲ ਨੂੰ ਇਹ ਮਾਣ ਰਹੇਗਾ ਕਿ ਸਾਡੇ ਵਡੇਰਿਆਂ ਨੇ ਗੁਰੂ ਘਰ ਦੀ ਸੇਵਾ ਕਮਾਈ। ਤਾਂ ਉਹਨਾਂ ਦੀ ਬੋਲੀ ਦੇ ਵਿੱਚ ਉਹਨੇ ਆਪਣੀ ਬੋਲੀ 'ਚ ਵੀ ਇਹ ਸ਼ਬਦ ਆਖੇ ਜੋ ਬੜੇ ਪ੍ਰਚਲਿਤ ਨੇ, ਗੁਰੂ ਲਾਧੋਰੇ, ਗੁਰੂ ਲਾਧੋਰੇ। ਉੱਚੀ ਛੱਤ ਚੁਬਾਰੇ ਤੇ ਚੜ ਕੇ ਆਖਿਆ ਗੁਰੂ ਲੱਭ ਗਿਆ ਹੈ, ਸੱਚਾ ਗੁਰੂ ਲੱਭ ਗਿਆ ਹੈ। ਜਨਮ ਸਦਾਰੋ ਸ੍ਰੀ ਗੁਰ ਭਜ ਕੈ। ਆਓ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਓ, ਸੱਚੇ ਗੁਰੂ ਦੇ ਦੀਦਾਰ ਕਰੋ, ਪੂਰੇ ਗੁਰੂ ਨੂੰ ਮਿਲੋ, ਪੂਰੇ ਗੁਰੂ ਦੇ ਦਰਸ਼ਨ ਕਰਕੇ ਗੁਰੂ ਗੁਰੂ ਜਪ ਕੇ ਆਪਣਾ ਜੀਵਨ ਸਫਲ ਕਰੋ। ਮਨ ਉਤਸਾਉ ਬਦਿਓ ਜਿਸ ਕੇਰੇ। ਇਸ ਵੇਲੇ ਮੱਖਣ ਸ਼ਾਹ ਦੇ ਮਨ ਵਿੱਚ ਬਹੁਤ ਭਾਰੀ ਖੁਸ਼ੀ ਉਤਸ਼ਾਹ ਹੈ। ਰਹਿਓ ਨ ਗਿਓ ਕਹਿਓ ਤਿਸ ਬੇਰੇ। ਇਹਦੇ ਕੋਲੋਂ ਉਸ ਵੇਲੇ ਰਿਹਾ ਨਹੀਂ ਗਿਆ, ਇੰਨੀ ਪ੍ਰਸੰਨਤਾ ਹੈ। ਉਮੰਗ ਉਮੰਗ ਕੇ ਅਦਕ ਪੁਕਾਰੇ। ਉਮੰਗ ਕੇ ਖੁਸ਼ੀ ਦੇ ਨਾਲ ਭਾਵ ਉਛਲ ਉਛਲ ਕੇ, ਬਾਹਾਂ ਉਲਾਰ ਉਲਾਰ ਕੇ ਉੱਚੀ ਉੱਚੀ ਆਵਾਜ਼ ਵਿੱਚ ਰੌਲਾ ਪਾਉਂਦਾ ਹੈ, ਸੰਗਤਾਂ ਨੂੰ ਬੁਲਾਉਂਦਾ ਹੈ। ਹੋਏ ਆਨੰਦ ਅਤ ਸਿੱਖ ਹਕਾਰੇ। ਸਿੱਖਾਂ ਨੂੰ ਆਵਾਜ਼ਾਂ ਮਾਰਦਾ, ਜਿਵੇਂ ਜਿਵੇਂ ਇਹਦੀ ਆਵਾਜ਼ ਸੁਣ ਕੇ ਸਿੱਖ ਗੁਰੂ ਵੱਲ ਨੂੰ ਆਉਂਦੇ ਨੇ। ਵੇਖ ਵੇਖ ਕੇ ਬੜਾ ਪਰੇਸ਼ਾਨ ਹੁੰਦਾ, ਕਿਸੇ ਟੁੱਟੇ ਹੋਏ ਨੂੰ ਗੁਰੂ ਨਾਲ ਜੋੜ ਦੇਣਾ ਇਹਦੇ ਵਰਗਾ ਪੁੰਨ ਨਹੀਂ, ਕਿਸੇ ਜੁੜੇ ਹੋਏ ਨੂੰ ਗੁਰੂ ਨਾਲੋਂ ਤੋੜ ਦੇਣਾ ਇਹਦੇ ਵਰਗਾ ਪਾਪ ਕੋਈ ਨਹੀਂ ਹੈ। ਸੋ ਮੱਖਣ ਸ਼ਾਹ ਜਿਵੇਂ ਜਿਵੇਂ ਵੇਖਦਾ ਵੀ ਜਿਹੜੇ ਸਿੱਖ ਹੁਣ ਤੱਕ ਇਹਨਾਂ 22 ਝੂਠਿਆਂ ਪਖੰਡੀਆਂ ਤੋਂ ਦੁਖੀ ਸੀ, ਇੱਕ ਡੇਰੇ ਤੋਂ ਨਿਕਲੋ ਦੂਜਾ, ਦੂਜੇ ਤੋਂ ਨਿਕਲੋ ਤੀਜਾ, ਗੁਰੂ ਤੇ ਸ਼ੁਰੂ ਤੋਂ ਇੱਕੋ ਹੀ ਰਿਹਾ, 22 ਕਿਵੇਂ ਹੋ ਗਏ? ਉਹਨਾਂ ਨੂੰ ਜਦੋਂ ਇੱਕ ਰਸਤਾ ਦਿਖਿਆ ਵੀ ਸੱਚਾ ਲੱਭ ਗਿਆ, ਉਹ ਸਿੱਖ ਦੌੜ ਦੌੜ ਗੁਰੂ ਮਹਾਰਾਜ ਜੀ ਵੱਲ ਆਉਣ ਲੱਗੇ। ਉਹਨਾਂ ਨੂੰ ਵੇਖ ਕੇ ਮੱਖਣ ਸ਼ਾਹ ਲੁਬਾਣੀ ਨੂੰ ਹੋਰ ਖੁਸ਼ੀ ਹੋਰ ਆਨੰਦ ਆਉਂਦਾ ਹੈ। ਚੌਦੇ ਸਮੈ ਮੁਖ ਕਰ ਕਰ ਕਹੈ। ਚਾਰ ਸ਼ਫੇਰੇ ਵੱਲ ਮੂੰਹ ਕਰ ਕਰਕੇ ਉੱਚੀ ਉੱਚੀ ਆਵਾਜ਼ਾਂ ਮਾਰਦਾ, ਭੋਲੇ ਸੰਗਤ ਗੁਰ ਏ ਆਹ। ਇਹ ਗੁਰੂ ਦੀ ਇਹ ਪਿਆਰੀਏ ਭੋਲੀਏ ਸੰਗਤੇ, ਆ ਜਾਓ ਆ ਜਾਓ, ਲੋੜ ਨਹੀਂ ਹੈ ਭਟਕਣ ਦੀ। ਜਦੋਂ ਪੂਰਾ ਹੋਵੇ
ਜਦੋਂ ਸੱਚਾ ਹੋਵੇ ਕੋਲ, ਫਿਰ ਪਖੰਡੀਆਂ ਕੋਲ, ਝੂਠਿਆਂ ਕੋਲ ਨਹੀਂ ਜਾਈਦਾ। ਆਓ ਹੁਣ ਤੱਕ ਭਲੇਖੇ ਜੀ ਤੁਰੇ ਫਿਰਦੇ ਰਹੇ ਆ, ਸੱਚਾ ਗੁਰੂ ਆ ਜੇ। ਜਹਲੇ ਸੁਨਿਓ ਬਾਕ ਤਿਸ ਕੇਰਾ, ਜਿੱਥੇ ਕਿੱਥੇ ਤੱਕ ਮੱਖਣ ਸ਼ਾਹ ਲੁਬਾਣੇ ਦੀ ਆਵਾਜ਼ ਗਈ, ਲੋਕਾਂ ਨੇ ਸੁਣੀ, ਉਹਨਾਂ ਨੇ ਹੋਰ ਅੱਗੇ ਦੂਸਰਿਆਂ ਨੂੰ ਦੱਸਿਆ। ਆਵੇ ਧਾਵੇ ਬਿਸਮ ਕਨੇਰਾ, ਸਿੱਖ ਜਿਹੜੇ ਨੇ ਧਾਵੇ ਕਹੀਏ ਛੇਤੀ ਦੇ ਨਾਲ, ਕਾਲੀ ਦੇ ਨਾਲ ਮੱਖਣ ਸ਼ਾਹ ਦੀ, ਕਿਉਂਕਿ ਇਹਨੂੰ ਕਈ ਦਿਨ ਹੋ ਗਏ ਸੀ ਇੱਥੇ ਆਇਆ, ਔਰ ਪੂਰੇ ਬਕਾਲੇ ਦੇ ਵਿੱਚ ਇਹਦੇ ਬਾਰੇ ਲੋਕਾਂ ਨੂੰ ਪਤਾ ਸੀ ਕਿ ਕੋਈ ਸਿੱਖ ਆਇਆ ਬੜਾ ਅਮੀਰ ਹੈ, ਪੈਸੇ ਬਹੁਤ ਲੈ ਕੇ ਆਇਆ, ਪਰ ਉਹ ਪਰਖ ਕਰਦਾ ਫਿਰਦਾ, ਉਹਨੇ ਪੈਸੇ ਦਿੱਤੇ ਨਹੀਂ ਕਿਸੇ ਨੂੰ, ਮਾਇਆ ਬੜੀ ਲਿਆਂਦੀ ਉਹਨੇ, ਪਰ ਰੱਖੀਆਂ ਸਿਰਫ 2-2 ਮੋਹਰਾਂ ਹੀ ਹੈ ਉਹਨੇ ਸਭ ਨੂੰ। ਉਹ ਵੇਖ ਰਿਹਾ ਵੀ ਸੱਚਾ ਗੁਰੂ ਕਿਹੜਾ ਹੈ, ਪੂਰਾ ਗੁਰੂ ਕਿਹੜਾ ਹੈ, ਤੇ ਜਦੋਂ ਪੂਰਾ ਗੁਰੂ ਮਿਲੇਗਾ ਨਾ ਫਿਰ ਉਹਨੂੰ ਸਾਰੀ ਮਾਇਆ ਦੇਗਾ। ਇਹ ਚਰਚਾ ਬਕਾਲੇ ਚ ਆਮ ਸੀ ਕਿ ਤੁਸੀਂ ਅੱਜ ਵੀ ਬਾਬਾ ਬਕਾਲਾ ਸਾਹਿਬ ਜਾਓ ਤੇ ਬਾਬਾ ਬਕਾਲਾ ਕੋਈ ਬਹੁਤ ਵੱਡਾ ਸ਼ਹਿਰ ਨਹੀਂ, ਛੋਟਾ ਜਿਹਾ ਕਸਬਾ ਹੈ। ਅੱਜ ਵੀ ਉਹ ਬਹੁਤ ਵੱਡਾ ਨਹੀਂ ਹੈ, ਵੀ ਜਿੱਥੋਂ ਬਾਰੇ ਉਦੋਂ ਤੇ ਸੀ ਬਹੁਤ ਥੋੜੀ ਜਿਹੀ ਜਗ੍ਹਾ, ਛੋਟਾ ਜਿਹਾ ਇੱਕ ਨਗਰ ਸੀ। ਇਹਨੇ ਅਮੀਰ ਸਿੱਖ ਦਾ ਉਸ ਨਗਰ ਵਿੱਚ ਆਉਣਾ ਪੂਰੇ ਪਿੰਡ 'ਚ ਪਤਾ ਸੀ, ਸਭ ਸੰਗਤਾਂ ਨੂੰ ਪਤਾ ਸੀ। ਤੇ ਜਿਵੇਂ ਜਿਵੇਂ ਫਿਰ ਮੱਖਣ ਸ਼ਾਹ ਦੀ ਲੋਕਾਂ ਆਵਾਜ਼ ਸੁਣੀ, ਪਸਰੀ ਬਾਤ ਸਰਬਹੀ ਗ੍ਰਾਮੋ, ਥੋੜੇ ਹੀ ਸਮੇਂ ਦੇ ਵਿੱਚ ਪੂਰੇ ਪਿੰਡ 'ਚ ਇਹ ਗੱਲ ਜਿਹੜੀ ਫੈਲ ਗਈ। ਸੁਨ ਸੁਨ ਸਿੱਖ ਆਏ ਤਜ ਕਾਮੋ, ਆਪਣੇ ਕੰਮਕਾਰ ਛੱਡ ਕੇ, ਜਿੱਥੇ ਜਿੱਥੇ ਕੋਈ ਖਲੋਤਾ ਸੀ ਉੱਥੇ ਉੱਥੇ ਸਭ ਕੁਝ ਛੱਡ ਕੇ ਸਿੱਖ ਸੱਚੇ ਗੁਰੂ ਨੂੰ ਵੇਖਣ ਵਾਸਤੇ, ਦਰਸ਼ਨ ਕਰਨ ਨੂੰ ਦੌੜ ਪਏ। ਉੱਤਰ ਆਪ ਪੁਨ ਸਤਗੁਰ ਪਾਸ, ਆਪ ਅਟਾਰੀ ਤੋਂ ਥੱਲੇ ਉਤਰਿਆ, ਸਤਿਗੁਰੂ ਮਹਾਰਾਜ ਜੀ ਦੇ ਕੋਲ ਆਇਆ। ਖਾਰੋ ਤਿਹਾਵਲ ਕੈ ਅਰਦਾਸ, ਬਹੁਤ ਭਾਰੀ ਕੜਾ ਪ੍ਰਸ਼ਾਦੀ ਦੇਗ ਕਰਾ ਕੇ ਗੁਰੂ ਦੇ ਹਜ਼ੂਰ ਲਿਆਂਦੀ। ਆਏ ਸਭਾ ਜਬ ਪੂਰਨ ਹੋਈ, ਤੇ ਜਦੋਂ ਵੇਖਿਆ ਕਿ ਸਤਿਗੁਰੂ ਜੀ ਦੀ ਸਭਾ ਜਿੱਥੇ ਉਹ ਥੜਾ ਬਣਾਇਆ ਸੀ, ਆਲੇ ਦੁਆਲੇ ਚੌਗਿਰਦੇ ਬਹੁਤ ਸੰਗਤ ਆ ਕੇ ਬੈਠੀ ਹੈ, ਦਰਸ਼ਨ ਕਰ ਰਹੀ ਹੈ। ਤਰਸੇ ਜਿਤ ਕਿਤ ਮੈਂ ਸਭ ਕੋਈ, ਹਰ ਕੋਈ ਆ ਕੇ ਸੱਚੇ ਗੁਰੂ ਦੇ ਦਰਸ਼ਨ ਦੀ ਲਾਲਸਾ ਰੱਖ ਕੇ ਪਹੁੰਚਿਆ ਹੈ। ਸਭ ਮੈਂ ਮੱਖਣ ਸਾ ਸੁਨਾਏ, ਉਸ ਵੇਲੇ ਸਤਿਗੁਰੂ ਜੀ ਦੇ ਕੋਲ ਖਲੋ ਕੇ ਮੱਖਣ ਸ਼ਾਹ ਨੇ ਸਭ ਨੂੰ ਸੁਣਾ ਕੇ ਆਖਿਆ, ਸ਼੍ਰੀ ਹਰਿ ਕ੍ਰਿਸ਼ਨ ਬਾਕ ਜੋ ਗਾਏ। ਦਿੱਲੀ ਦੀ ਧਰਤੀ ਤੇ ਗੁਰਦੁਆਰਾ ਬੰਗਲਾ ਸਾਹਿਬ ਜਿੱਥੇ ਹੈ, ਇੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਜੋਤੀ ਜੋਤ ਸਮਾਏ ਸਨ। ਮਹਾਰਾਜ ਜੀ ਦੇ 5 ਭੂਤਕ ਸਰੀਰ ਦਾ ਸੰਸਕਾਰ ਗੁਰਦੁਆਰਾ ਬਾਲਾ ਸਾਹਿਬ ਹੋਇਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 2 ਮਹਿਲ, ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ, ਬਹੁਤ ਲੰਬਾ ਸਮਾਂ ਦਿੱਲੀ ਦੀ ਧਰਤੀ ਤੇ ਰਹੇ। ਮਾਤਾ ਸਾਹਿਬ ਕੌਰ ਜੀ ਨੇ ਤੇ ਤਕਰੀਬਨ 40 ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਾਡੀ ਮਾਂ ਨੇ ਖਾਲਸੇ ਪੰਥ ਦੀ ਵਾਗਡੋਰ ਆਪਣੇ ਹੱਥ ਰੱਖੀ, ਔਰ ਉਹ ਵਾਗਡੋਰ ਦਿੱਲੀ ਦੀ ਧਰਤੀ ਤੋਂ ਬੈਠ ਕੇ ਉਹਨਾਂ ਨੇ ਸੰਭਾਲੀ ਤੇ ਹਰ ਕੋਈ ਪ੍ਰਬੰਧ ਕੀਤਾ। ਇਤੋਂ ਤੱਕ ਦਰਬਾਰ ਸਾਹਿਬ ਦੀ ਜ਼ਿੰਮੇਵਾਰੀ, ਸੇਵਾ ਸਾਰੀ ਭਾਈ ਮਨੀ ਸਿੰਘ ਜੀ ਨੂੰ ਵੀ ਮਾਤਾ ਸਾਹਿਬ ਕੌਰ ਨੇ ਸੌਂਪੀ। ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਜੀ ਦਾ ਜੋ 5 ਭੂਤਿਕ ਸਰੀਰ ਦਾ ਸੰਸਕਾਰ ਹੋਇਆ, ਉਹ ਸਥਾਨ ਵੀ ਗੁਰਦੁਆਰਾ ਬਾਲਾ ਸਾਹਿਬ ਹੈ। ਆਪ ਜੀ ਦਰਸ਼ਨ ਕਰ ਦਿਓ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਸੰਸਕਾਰ ਬਾਲਾ ਸਾਹਿਬ ਹੋਇਆ। ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ ਦਾ ਸੰਸਕਾਰ ਬਾਲਾ ਸਾਹਿਬ ਹੋਇਆ। ਮਾਤਾ ਜੀਤੋ ਜੀ ਇਹ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਪਹਿਲਾਂ ਆਨੰਦਪੁਰ ਸਾਹਿਬ ਹੀ ਅਕਾਲ ਚਲਾਣਾ ਕੀਤੇ ਸਨ। ਤੋ ਬੰਗਲਾ ਸਾਹਿਬ ਜੋ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਬਚਨ ਕੀਤੇ ਸਨ, ਬਾਬਾ ਬਸੇ ਜੇ ਗ੍ਰਾਮ ਬਕਾਲੇ, ਬਾਬਾ ਆਹੇ ਬਕਾਲੇ ਮਾਹੇ। ਤੇ ਉਹਨਾਂ ਨੇ 2 ਗੱਲਾਂ ਆਖੀਆਂ, ਬਾਬਾ ਬਕਾਲੇ। ਬਾਬਾ ਤੋਂ ਭਾਵ ਕੀ? ਸਾਡਾ ਦਾਦਾ। ਮੈਂ ਪਿੱਛੇ ਵੀ ਬੇਨਤੀ ਕੀਤੀ ਸੀ, ਹੁਣ ਥੋੜਾ ਜਿਹਾ ਤੁਸੀਂ ਇਹਨੂੰ ਧਿਆਨ ਨਾਲ ਪਕੜਿਓ, ਨੋਟ ਕਰ ਲਿਓ ਆਪਣੇ ਕੋਲ, ਤੁਹਾਨੂੰ ਜੀਵਨ ਭਰ ਕਿਤੇ ਭੁਲੇਖਾ ਨਹੀਂ ਰਹੇਗਾ ਇਸ ਗੱਲ ਦਾ। ਇਹ ਰਿਸ਼ਤੇਦਾਰੀ ਦੀ ਘੁੰਡੀ ਕੀ ਸੀ ਇਹ ਸਮਝ ਲਓ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ 8ਵੇਂ ਮਹਾਰਾਜ, ਉਹਨਾਂ ਦੇ ਪਿਤਾ ਜੀ 8ਵੇਂ ਪਾਤਸ਼ਾਹ ਮਹਾਰਾਜ ਜੀ ਦੇ ਪਿਤਾ ਜੀ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ 7ਵੇਂ ਪਾਤਸ਼ਾਹ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਪਿਤਾ ਜੀ
ਉਹਨਾਂ ਦਾ ਨਾਮ ਹੈ ਬਾਬਾ ਗੁਰਦਿੱਤਾ ਜੀ। ਹੁਣ ਤੁਸੀਂ ਥੱਲਿਓਂ ਤਾਂ ਨੂੰ ਚਲੇ ਜਾਓ ਜਾਂ ਉੱਪਰ ਉਠਾ ਨੂੰ ਆ ਜਾਓ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪਿਤਾ ਸ੍ਰੀ ਗੁਰੂ ਹਰਿ ਸਾਹਿਬ ਮਹਾਰਾਜ, ਗੁਰੂ ਹਰਿ ਸਾਹਿਬ ਮਹਾਰਾਜ ਜੀ ਦੇ ਪਿਤਾ ਬਾਬਾ ਗੁਰਦਿੱਤਾ ਜੀ, ਬਾਬਾ ਗੁਰਦਿੱਤਾ ਜੀ ਦੇ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਇਹ ਆਪਾਂ ਥੱਲਿਓਂ ਤਾਂ ਨੂੰ ਗਏ ਨਾ, ਹੁਣ ਉੱਪਰੋਂ ਸੁਣੋ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸੁਪੁੱਤਰ ਬਾਬਾ ਗੁਰਦਿੱਤਾ ਜੀ, ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਸ੍ਰੀ ਗੁਰੂ ਹਰਿ ਸਾਹਿਬ ਜੀ, ਸ੍ਰੀ ਗੁਰੂ ਹਰਿ ਸਾਹਿਬ ਮਹਾਰਾਜ ਜੀ ਦੇ ਸੁਪੁੱਤਰ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਸਕੇ ਦਾਦਾ ਜੀ ਦਾ ਨਾਮ ਹੈ ਬਾਬਾ ਗੁਰਦਿੱਤਾ ਜੀ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਸਕੇ ਦਾਦਾ ਜੀ ਦਾ ਨਾਮ ਬਾਬਾ ਗੁਰਦਿੱਤਾ ਜੀ ਹੈ। ਬਾਬਾ ਗੁਰਦਿੱਤਾ ਜੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਕੇ ਵੱਡੇ ਭਰਾ ਨੇ। ਇਹ ਬਾਬਾ ਕਿਉਂ ਆਖਿਆ ਸੀ, ਦਾਦਾ ਕਿਵੇਂ ਬਣੇ? ਗੁਰੂ ਤੇਗ ਬਹਾਦਰ ਮਹਾਰਾਜ ਤੇ ਬਾਬਾ ਗੁਰਦਿੱਤਾ ਜੀ ਸਕੇ ਭਰਾ ਨੇ। ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ 5 ਸੁਪੁੱਤਰ, ਬਾਬਾ ਟਲ ਰਾਏ ਜੀ, ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਤੇ ਇੱਕ ਸੁਪੁੱਤਰੀ ਬੀਬੀ ਵੀਰੋ। ਬਾਬਾ ਗੁਰਦਿੱਤਾ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸਕੇ ਭਰਾ। ਤੇ ਹੁਣ ਆਪਾਂ ਨੂੰ ਪਤਾ ਵੀ ਦਾਦੇ ਦੇ ਭਰਾ ਨੂੰ ਕੀ ਬੋਲਿਆ ਜਾਏਗਾ? ਦਾਦਾ ਬੋਲਿਆ ਜਾਂਦਾ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਦਾਦਾ ਜੀ ਨੇ ਬਾਬਾ ਗੁਰਦਿੱਤਾ ਜੀ, ਬਾਬਾ ਗੁਰਦਿੱਤਾ ਜੀ ਦੇ ਭਰਾ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ, ਤੇ ਉਹਨਾਂ ਨੂੰ ਕੀ ਬੋਲਿਆ ਜਾਏਗਾ? ਦਾਦਾ ਜੀ। ਤੇ ਦਾਦੇ ਵਾਸਤੇ ਸ਼ਬਦ ਵਰਤਿਆ ਜਾਂਦਾ ਪਿੰਡਾਂ ਦੇ ਵਿੱਚ ਬਾਬਾ, ਇਹ ਅਜੇ ਵੀ ਵਰਤਿਆ ਜਾਂਦਾ ਬਹੁਤ ਸਾਰੇ ਇਲਾਕੇ 'ਚ। ਦਾਦੀ ਵਾਸਤੇ ਸ਼ਬਦ ਵਰਤਿਆ ਜਾਂਦਾ ਬੇਬੇ, ਕਈ ਥਾਂ ਤੇ ਬੇਬੇ ਮਾਂ ਲਈ ਸ਼ਬਦ ਵੀ ਵਰਤਿਆ ਜਾਂਦਾ, ਪਿਤਾ ਲਈ ਸ਼ਬਦ ਬਾਪੂ ਵੀ ਵਰਤਿਆ ਜਾਂਦਾ। ਕਈ ਥਾਵਾਂ ਤੇ ਪਿਤਾ ਵਾਸਤੇ ਸ਼ਬਦ ਪਿਤਾ ਵੀ ਵਰਤਦੇ ਨੇ, ਕਈ ਥਾਂ ਤੇ ਭਾਪਾ ਸ਼ਬਦ ਵਰਤਦੇ ਨੇ। ਇਹਦਾ ਸੰਬੰਧ ਕੇਵਲ ਸਾਡੀ ਬੋਲੀ ਨਾਲ ਜਾਂ ਜ਼ਬਾਨ ਨਾਲ ਨਹੀਂ ਹੈ, ਇਹਦਾ ਸੰਬੰਧ ਇਲਾਕਿਆਂ ਨਾਲ ਹੈ, ਵੱਖ-ਵੱਖ ਇਲਾਕਿਆਂ ਵਿੱਚ। ਸੋ ਬਾਬੇ ਦਾ ਅਰਥ ਹੈ ਦਾਦਾ। ਇੱਕ ਤੇ ਰਿਸ਼ਤੇਦਾਰੀ ਕਲੀਅਰ ਕੀਤੀ ਵੀ ਸਾਡੇ ਦਾਦਾ ਜੀ। ਦੂਸਰੀ ਗੱਲ, ਨਾਮ ਕਿਉਂ ਨਹੀਂ ਲਿਆ? ਤੇ ਨਾਮ ਦੀ ਆਪਾਂ ਸਾਰੇ ਜਾਣਦੇ ਹਾਂ ਵੀ ਸਾਡੇ ਪਰਿਵਾਰਾਂ ਦੀ ਇਹ ਸਭਿਅਤਾ ਹੈ ਵੀ ਆਪਣੇ ਤੋਂ ਵੱਡਿਆਂ ਦਾ ਨਾਮ ਨਹੀਂ ਲਿਆ ਜਾਂਦਾ, ਆਪਣੇ ਤੋਂ ਵੱਡਿਆਂ ਦਾ ਨਾਂ ਨਹੀਂ ਲਈਦਾ, ਆਪਣੇ ਤੋਂ ਵੱਡਿਆਂ ਦਾ ਰਿਸ਼ਤਾ ਦੱਸੀਦਾ। ਇਹ ਕੌਣ ਨੇ? ਆਪਣੇ ਨਾਲ ਕੋਈ ਹੋਵੇ ਨਾ, ਸਾਨੂੰ ਕੋਈ ਪੁੱਛੇ ਜੀ ਇਹ ਕੌਣ ਹੈ, ਤੇ ਆਪਾਂ ਇਹ ਨਹੀਂ ਆਖਦੇ ਜੀ ਇਹ ਧੰਨਾ ਸਿੰਘ ਹੈ, ਮੰਨਾ ਸਿੰਘ ਹੈ, ਇਹ ਹਜ਼ਾਰਾ ਸਿੰਘ ਹੈ, ਸਲੱਖਣ ਸਿੰਘ। ਕੋਈ ਪੁੱਛੇ ਨਾ ਇਹ ਕੌਣ ਹੈ, ਆਪਾਂ ਨਹੀਂ ਮੇਰਾ ਚਾਚਾ ਹੈ, ਨਾਂ ਨਹੀਂ ਲੈਂਦੇ। ਇਹ ਕੌਣ ਹੈ? ਮੇਰਾ ਤਾਇਆ ਹੈ। ਇਹ ਕੌਣ ਹੈ? ਮੇਰਾ ਮਾਮਾ ਹੈ। ਏਦਾਂ ਕਹਿੰਦੇ ਨਾ, ਨਾਮ ਨਹੀਂ ਲੈਂਦੇ। ਵੱਡਿਆਂ ਦਾ ਨਾਮ ਨਹੀਂ ਲਿਆ ਜਾਂਦਾ, ਛੋਟਿਆਂ ਦਾ ਨਾਮ ਲੈਂਦੇ। ਸਤਿਗੁਰੂ ਮਹਾਰਾਜ ਜੀ ਨੇ ਇੱਕ ਤੇ ਸਭਿਅਤਾ ਵੀ ਵੱਡਿਆਂ ਦਾ ਨਾਮ ਨਹੀਂ ਲਈਦਾ, ਰਿਸ਼ਤਾ ਦੱਸੀਦਾ। ਮੇਰੇ ਦਾਦਾ ਜੀ 9ਵੇਂ ਪਾਤਸ਼ਾਹ ਨੇ, ਗੁਰੂ ਨਾਨਕ ਦੀ ਗੱਦੀ ਦੇ 9ਵੇਂ ਵਾਰਿਸ ਨੇ। ਰਹਿੰਦੇ ਕਿੱਥੇ ਨੇ? ਗ੍ਰਾਮ ਬਕਾਲੇ, ਉਹ ਬਕਾਲੇ ਦੀ ਧਰਤੀ ਤੇ ਨੇ। ਤੇ ਬਕਾਲੇ ਦੀ ਧਰਤੀ ਤੇ ਭਾਈ ਮੇਰੇ ਦੇ ਘਰ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦੇ ਸਮੇਂ ਤੋਂ ਹੀ ਮਾਤਾ ਨਾਨਕੀ ਜੀ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਤਿਕਾਰਯੋਗ ਮਾਤਾ ਜੀ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ ਮਾਤਾ ਗੁਜਰੀ ਜੀ, ਇਹ ਬਕਾਲੇ ਆ ਕੇ ਵਸੇ ਸਨ। ਪਿਓ ਸਾਚ ਸੋ, ਪਿਓ ਸਾਚ ਸੋ ਹੈ ਗੁਰ ਜਾਹੇ। ਜਿਹੜਾ ਉਹਨਾਂ ਨੇ ਬਕਾਲੇ ਬਚਨ ਦਿੱਲੀ ਬਚਨ ਕੀਤਾ ਸੀ ਦੋ, ਵੀ ਬਾਬਾ ਤੇ ਬਕਾਲੇ, ਉਹਨਾਂ ਦੇ ਦਾਦਾ ਜੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਕਾਲੇ ਦੀ ਧਰਤੀ ਤੇ ਇਹ ਸੱਚੇ ਗੁਰੂ ਪ੍ਰਗਟ ਹੋਏ ਹਨ। ਪਤਾ ਜਹਾਜ ਬਤਾਵਨ ਕੀਨਾ। ਸੰਗਤੇ ਮੇਰਾ ਸਮੁੰਦਰ ਵਿੱਚ ਬੇੜਾ ਫਸ ਗਿਆ, ਮੈਂ ਸੱਚੇ ਗੁਰੂ ਨੂੰ ਯਾਦ ਕੀਤਾ, ਸੱਚੇ ਗੁਰੂ ਨੇ ਜਾ ਕੇ ਮੇਰਾ ਬੇੜਾ ਬੰਨੇ ਲਾਇਆ। ਇਹ 22 ਝੂਠਿਆਂ ਦੇ ਕੋਲ ਮੈਂ ਗਿਆ, 2-2 ਮੋਹਰਾਂ ਰੱਖੀਆਂ, ਮੱਥਾ ਟੇਕਿਆ, ਕਿ ਮੇਰੇ ਮਨ ਦੀ ਇਹ ਸੀ ਵੀ ਜਿਹੜਾ ਮੈਨੂੰ ਇਹ ਦੱਸੇ ਵੀ ਤੇਰਾ ਬੇੜਾ ਅਸੀਂ ਬੰਨੇ ਲਾਇਆ ਨਾ, ਉਹਨੂੰ ਮੈਂ ਸੱਚਾ ਮੰਨਾਂਗਾ। ਇਹਨਾਂ 22 ਝੂਠਿਆਂ ਚੋਂ ਮੈਨੂੰ ਕੋਈ ਨਹੀਂ ਦੱਸ ਸਕਿਆ। ਇਹ ਸੱਚਾ ਗੁਰੂ, ਗਰੀਬ ਨਵਾਜ਼, ਗੁਰੂ ਨਾਨਕ ਦੀ ਗੱਦੀ ਦੇ 9ਵੇਂ ਵਾਰਿਸ,
ਇਹਨਾਂ ਨੇ ਸਮੁੰਦਰ ਦੀ ਸਾਰੀ ਘਟਨਾ ਦੱਸ ਦਿੱਤੀ। ਅੰਤਰ ਕੇ ਗਤ ਸਭ ਲਖ ਲੀਨਾ, ਜਿਨ੍ਹਾਂ ਨੇ ਮੇਰੇ ਅੰਦਰ ਦੀ ਸਾਰੀ ਭਾਵਨਾ ਜਾਣ ਲਈ ਹੈ। ਸ੍ਰੀ ਹਰਿ ਕ੍ਰਿਸ਼ਨ ਪਤਾਮੇ ਇਹੋ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਇਹ ਦਾਦਾ ਜੀ ਲੱਗਦੇ ਨੇ, ਹੋਰ ਬਕਾਲੇ ਚ ਕੋਈ ਵੀ ਉਹਨਾਂ ਦੀ ਰਿਸ਼ਤੇਦਾਰੀ ਚੋਂ ਦਾਦਾ ਨਹੀਂ ਲੱਗਦਾ। ਬਾਬਾ ਕਹਿਨ ਪਤਾ ਇਨ ਦੇਹੋ, ਇਸ ਵਾਸਤੇ ਸਾਰੀਆਂ ਗੱਲਾਂ ਬਿਲਕੁਲ ਸਾਫ਼ ਨੇ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਪਿੰਡ ਦਾ ਨਾਂ ਲੈ ਕੇ, ਰਿਸ਼ਤੇਦਾਰੀ ਦਾ ਨਾਂ ਲੈ ਕੇ ਜੋ ਬਾਬਾ ਬਕਾਲਾ ਕਿਹਾ, ਬਕਾਲਾ ਪਿੰਡ ਹੈ। ਬਾਬਾ ਦਾਦਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਹਨ। ਇਤ ਉਤ ਭਰਮੋ ਨ ਭਜ ਗੁਰ ਕੇ, ਇਸ ਵਾਸਤੇ ਪਿਆਰਿਓ ਆਸੇ ਪਾਸੇ ਨਾ ਭਟਕੋ, ਸੱਚੇ ਗੁਰੂ ਦੇ ਚਰਣੀ ਲੱਗੋ। ਪੂਰੋ ਦਰਸ ਮਨੋਰਥ ਉਰ ਕੋ, ਸੱਚੇ ਗੁਰੂ ਦੇ ਦਰਸ਼ਨ ਕਰੋ, ਤੁਹਾਡੀਆਂ ਸਾਰੀਆਂ ਆਸਾਂ ਗੁਰੂ ਪੂਰੀਆਂ ਕਰੇਗਾ। ਆਵਨ ਸਫਲੋ ਪਿਓ ਤਮਾਰਾ, ਤੁਹਾਡਾ ਜਿਹੜਾ ਬਕਾਲੇ ਦੂਰ ਦਰਾਡੇ ਤੋਂ ਚੱਲ ਕੇ ਆਉਣਾ ਅੱਜ ਮਾਨੋ ਸਫਲ ਹੋ ਗਿਆ। ਪੂਜੋ ਸਤਿਗੁਰ ਪੈਰ ਉਦਾਰਾ, ਸਤਿਗੁਰੂ ਮਹਾਰਾਜ ਜੀ ਦੇ ਬਚਨ ਕਮਾਓ, ਮੰਨੋ, ਸੁਣੋ। ਜਿਸ ਪ੍ਰਕਾਰ ਪਰਖੇ ਸਭ ਥਾਈ, ਜਿਸ ਤਰ੍ਹਾਂ ਮੈਂ 22 ਝੂਠੇ ਗੁਰੂਆਂ ਨੂੰ ਜਾ ਜਾ ਕੇ ਦੋ ਮੋਹਰਾ ਰੱਖ ਕੇ ਪਰਖਦਾ ਰਿਹਾ। ਮੱਖਣ ਸਭ ਕੇ ਸੁਨਤ ਸਨਾਈ, ਸਾਰੇ ਸੁਣਦਿਆਂ ਹੋਇਆਂ ਸਿੱਖਾਂ ਨੂੰ ਭਾਈ ਮੱਖਣ ਸ਼ਾਹ ਜੀ ਨੇ ਇਹ ਸਾਰੀ ਹੱਡ ਬੀਤੀ ਵਾਰਤਾ ਦੱਸੀ ਹੈ। ਸੰਗਤ ਸਭ ਇੱਕ ਬਾਰ ਹੀ, ਦੌਰ ਦੌਰ ਨਰ ਆਏ। ਥੋੜੀ ਜੀ ਇੱਕ ਗੁਰਮਤ ਦੇ ਨਜ਼ਰੀਏ ਦੇ ਨਾਲ ਇੱਕ ਇੱਥੇ ਨੁਕਤਾ ਸਾਹਮਣੇ ਆਉਂਦਾ, ਉਹ ਤੁਹਾਡੇ ਨਾਲ ਸਾਂਝਾ ਕਰਾਂ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਭਾਈ ਮੱਖਣ ਸ਼ਾਹ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਸਮੇਂ ਤੋਂ ਸਿੱਖ ਹੈ, ਪ੍ਰਚਾਰਕ ਵੀ ਹੈ, ਆਪਣਾ ਕਾਰੋਬਾਰ ਵੀ ਕਰਦਾ ਹੈ, ਸਿੱਖੀ ਕਮਾਉਂਦਾ ਹੈ। ਔਰ ਇਹ ਨਿਤਨੇਮੀ ਹੈ ਪੱਕਾ। ਪਿੱਛੇ ਵੀ ਆਪ ਜੀ ਨੇ ਸੁਣਿਆ ਵੀ ਅੰਮ੍ਰਿਤ ਵੇਲੇ ਉੱਠ ਕੇ ਇਹਨੇ ਜਪਜੀ ਸਾਹਿਬ ਦਾ ਪਾਠ ਕੀਤਾ, ਪੱਕਾ ਨਿਤਨੇਮੀ। ਇਹਦੇ ਹਿੱਸੇ ਇਹ ਸੇਵਾ ਹੀ ਵੀ ਇਹਨੇ ਸਤਿਗੁਰੂ ਮਹਾਰਾਜ ਜੀ ਨੂੰ ਪ੍ਰਗਟ ਕੀਤਾ। ਇੱਥੇ ਇੱਕ ਬਰੀਕ ਨੁਕਤਾ ਹੈ, ਨਿੱਕਾ ਜਿਹਾ, ਇਹ ਸੱਚ ਹੈ। ਮੱਖਣ ਸ਼ਾਹ ਦਾ ਬੇੜਾ ਸਤਿਗੁਰੂ ਨੇ ਬੰਨੇ ਲਾਇਆ, ਮੱਖਣ ਸ਼ਾਹ ਬਕਾਲੇ ਆਇਆ, 22 ਝੂਠੇ ਗੁਰੂਆਂ ਕੋਲ ਗਿਆ, ਉਹਨਾਂ ਨੂੰ ਦੋ ਮੋਹਰਾਂ ਰੱਖੀਆਂ, ਕਿਸੇ ਨੇ ਇਹਦੇ ਦਿਲ ਦੀ ਨਾ ਜਾਣੀ। ਅਖੀਰ 9ਵੇਂ ਪਾਤਸ਼ਾਹ ਕੋਲ ਆਇਆ, 2 ਮੋਹਰਾਂ ਰੱਖੀਆਂ, ਸੱਚੇ ਪਾਤਸ਼ਾਹ ਜੀ ਨੇ ਇਹਦੇ ਦਿਲ ਦੀ ਜਾਣੀ। ਜੋ ਕੁਝ ਸਮੁੰਦਰ 'ਚ ਹੋਇਆ ਉਹ ਦੱਸਿਆ। ਇਹਦੇ ਕੋਲ 500 ਮੋਹਰ ਦਸਵੰਧ ਦੀ ਹੈ, ਸੁਖਣਾ ਦੀ ਹੈ ਉਹ, ਤੇ ਜੋ ਦਸਵੰਧ ਦੀ ਮਾਇਆ ਉਹ ਦੱਸੀ। ਇਹਨੇ ਸਤਿਗੁਰੂ ਮਹਾਰਾਜ ਜੀ ਨੂੰ ਪ੍ਰਗਟ ਕੀਤਾ। ਇਹ ਸੇਵਾ ਮੱਖਣ ਸ਼ਾਹ ਦੇ ਹਿੱਸੇ ਆਈ ਹੈ। ਇਹ ਸਾਡੀ ਤਵਾਰੀਖ ਹੈ, ਇਹਦੇ 'ਚ ਕੋਈ ਅਤ ਕਥਨੀ ਨਹੀਂ, ਕੋਈ ਝੂਠ ਨਹੀਂ, ਬਿਲਕੁਲ ਸੱਚ ਹੈ। ਪਰ ਇਸ ਦੇ ਨਾਲ ਨਾਲ ਗੁਰਮਤ ਦੇ ਨਜ਼ਰੀਏ ਤੋਂ ਇੱਕ ਗੱਲ ਹੋਰ ਬਣਦੀ ਹੈ, ਉਹ ਇਹ ਬਣਦੀ ਹੈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਤੇ ਗੁਰੂ ਰੂਪ ਵਿੱਚ ਪ੍ਰਗਟ ਹੋਣਾ ਹੀ ਹੋਣਾ ਸੀ। ਇਹ ਸੇਵਾ ਮੱਖਣ ਸ਼ਾਹ ਨੇ ਕੀਤੀ, ਇਹ ਸੱਚ ਹੈ, ਗੁਰੂ ਸਾਹਿਬ ਨੂੰ ਪ੍ਰਗਟ ਕੀਤਾ। ਪਰ ਇਹ ਵੀ ਸੱਚ ਹੈ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਾ ਕਿਰਪਾ ਕਰਕੇ, ਰਹਿਮਤ ਕਰਕੇ ਇਹ ਸੇਵਾ, ਇਹ ਵਡਿਆਈ ਮੱਖਣ ਸ਼ਾਹ ਦੀ ਝੋਲੀ 'ਚ ਪਾ ਕੇ ਰਹਿੰਦੀ ਦੁਨੀਆ ਤੱਕ ਲਈ ਭਾਈ ਮੱਖਣ ਸ਼ਾਹ ਲੁਬਾਣੀ ਨੂੰ ਪ੍ਰਗਟ ਕਰ ਦਿੱਤਾ। ਭਾਵੇਂ ਸੇਵਾ ਮੱਖਣ ਸ਼ਾਹ ਨੇ ਕੀਤੀ, ਉਹ ਗੁਰੂ ਨੂੰ ਪ੍ਰਗਟ ਕੀਤਾ, ਪਰ ਗੁਰੂ ਦੇ ਪ੍ਰਗਟ ਹੋਣ ਦੇ ਨਾਲ ਨਾਲ ਮੱਖਣ ਸ਼ਾਹ ਲੁਬਾਣਾ ਪ੍ਰਗਟ ਹੋ ਗਿਆ, ਰਹਿੰਦੀ ਦੁਨੀਆ ਤੱਕ ਲਈ। ਅੱਜ ਜਦੋਂ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜ਼ਿਕਰ ਚੱਲਦਾ ਨਾ ਗੁਰਤਾ ਗੱਦੀ ਦਾ, ਤੇ ਗੱਲ ਮੱਖਣ ਸ਼ਾਹ ਤੋਂ ਹੀ ਸ਼ੁਰੂ ਕਰਨੀ ਪੈਂਦੀ ਹੈ। ਰਹਿੰਦੀ ਦੁਨੀਆ ਤੱਕ ਲਈ ਸਤਿਗੁਰੂ ਜੀ ਨੇ ਇਹ ਸੇਵਾ ਪਾ ਕੇ ਨਾ ਝੋਲੀ ਮੱਖਣ ਸ਼ਾਹ ਦੀ, ਤੇ ਉਹਨੂੰ ਪ੍ਰਗਟ ਕਰ ਦਿੱਤਾ। ਮੇਰਾ ਗੁਰੂ ਆਪਣੇ ਸੇਵਕਾਂ ਨੂੰ, ਆਪਣੇ ਸਿੱਖਾਂ ਨੂੰ ਵਡਿਆਈ ਦਿੰਦਾ ਹੈ। ਸਤਿਗੁਰੂ ਮਹਾਰਾਜ ਜੀ ਦੀ ਇੱਥੇ ਸ਼ਹੀਦੀ ਹੋਈ। ਸਰੀਰ ਦੀ ਸੇਵਾ ਕੋਈ ਹੋਰ ਵੀ ਕਰ ਲੈਂਦਾ, ਕਿਸੇ ਦੇ ਹਿੱਸੇ ਆ ਜਾਂਦੀ। ਮੇਰੇ ਸਤਿਗੁਰੂ ਜੀ ਨੇ ਸੇਵਾ ਭਾਈ ਲੱਖੀ ਸ਼ਾਹ ਮਨਜਾਰੇ ਦੀ ਝੋਲੀ 'ਚ ਪਾ ਕੇ ਉਹਨੂੰ ਰਹਿੰਦੀ ਦੁਨੀਆ ਤੱਕ ਲਈ ਅਮਰ ਕਰ ਦਿੱਤਾ। ਕਿੰਨੇ ਕਿੰਨੇ ਉਸ ਵੇਲੇ ਦੇ ਹੋਰ ਅਮੀਰ ਰਾਜੇ ਮਹਾਰਾਜੇ ਹੋਏ ਹੋਣਗੇ, ਚਲੇ ਗਏ ਦੁਨੀਆ ਤੋਂ, ਕੋਈ ਨਾਂ ਨਹੀਂ ਲੈਂਦਾ। ਤੇ ਲੱਖੀ ਸ਼ਾਹ ਮਨਜਾਰੇ ਦਾ ਜਿਹੜਾ ਘਰ ਸੀ ਨਾ, ਗੁਰਦੁਆਰਾ ਰਕਾਬਗੰਜ ਸਾਹਿਬ ਜਿੱਥੇ ਬਣਿਆ, ਉਹਨੂੰ ਹਰ ਇੱਕ ਕੋਈ ਸਿੱਖ ਜਾ ਕੇ ਬੜੇ ਪਿਆਰ ਨਾਲ, ਸਤਿਕਾਰ ਨਾਲ ਸਜਦਾ ਕਰਦਾ, ਸੀਸ ਝੁਕਾਉਂਦਾ, ਮੱਥਾ ਟੇਕਦਾ।
ਤੇ ਜਦੋਂ ਕੋਈ ਰਕਾਬਗੰਜ ਸਾਹਿਬ ਜਾ ਕੇ ਨਮਸਕਾਰ ਕਰੇ, ਫਿਰ ਉਹ ਨਮਸਕਾਰ ਕੱਲੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਨੂੰ ਹੀ ਨਹੀਂ ਹੁੰਦੀ, ਉਹ ਨਮਸਕਾਰ ਭਾਈ ਲੱਖੀ ਸ਼ਾਹ ਵਣਜਾਰੇ ਦੀ ਮਹਾਨ ਕਰਨੀ ਨੂੰ ਵੀ ਨਾਲ ਹੁੰਦੀ ਹੈ ਕਿ ਮੱਖਣ ਸ਼ਾਹ ਤੂੰ ਕਮਾਲ ਕਰ ਦਿੱਤੀ। ਤੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਦੀ ਗੱਲ ਕਰੀਏ, ਫਿਰ ਕਿਵੇਂ ਭੁੱਲ ਜਾਈਏ ਭਾਈ ਸਾਹਿਬ ਭਾਈ ਜੈਤਾ ਜੀ, ਜਿਨ੍ਹਾਂ ਨੂੰ ਮੇਰੇ ਕਲਗੀਆਂ ਵਾਲੇ ਮਹਾਰਾਜ ਜੀ ਨੇ ਆਖਿਆ ਸੀ ਰੰਗਰੇਟਾ ਗੁਰੂ ਕਾ ਬੇਟਾ। ਇਹ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਾਂ। ਮੈਂ ਬੜੀ ਵਾਰ ਇਹ ਬਚਨ ਪੜ੍ਹੇ, ਇਹਦੇ ਅਰਥ ਪੜ੍ਹੇ ਵੀ ਕਲਗੀਆਂ ਵਾਲੇ ਮਹਾਰਾਜ ਜੀ ਨੇ ਇਹ ਬਚਨ ਆਖੇ ਰੰਗਰੇਟਾ ਗੁਰੂ ਕਾ ਬੇਟਾ, ਵੀ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ ਵੀ ਤੂੰ ਸਾਡਾ ਬੇਟਾ। ਮੇਰੀ ਕੌਮ ਦੇ ਬਹੁਤ ਮਹਾਨ ਵਿਦਵਾਨ ਸਨਮਾਨ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਸਾਹਿਬ, ਉਹਨਾਂ ਨੇ ਬੰਗਲਾ ਸਾਹਿਬ ਇੱਕ ਵਾਰੀ ਕਥਾ ਕੀਤੀ ਤੇ ਉਸ ਕਥਾ 'ਚ ਨਾ ਇਸ ਬਚਨ ਦਾ ਨਿਰਣਾ ਕੀਤਾ, ਰੰਗਰੇਟਾ ਗੁਰੂ ਕਾ ਬੇਟਾ ਕੀ ਹੈ। ਉਹਨਾਂ ਕਿਹਾ ਵੀ ਕਲਗੀਆਂ ਵਾਲੇ ਮਹਾਰਾਜ ਜੀ ਨੇ ਗੱਲ ਵਕੜੀ 'ਚ ਲੈ ਕੇ ਨਾ ਇਹ ਗੱਲ ਆਖੀ ਸੀ ਰੰਗਰੇਟਾ ਗੁਰੂ ਕਾ ਬੇਟਾ, ਤੇ ਉਹਦਾ ਮਤਲਬ ਇਹ ਨਹੀਂ ਸੀ ਤੂੰ ਮੇਰਾ ਬੇਟਾ। ਮਹਾਰਾਜ ਦੀ ਉਮਰ ਤੇ 9.5 ਸਾਲ ਸੀ ਤੇ ਭਾਈ ਜੀ ਜੈਤਾ ਜੀ ਦੀ ਉਮਰ ਚੜ੍ਹਦੀ ਜਵਾਨੀ 'ਚ ਸੀ, ਵੱਡੇ ਸੀ ਮਹਾਰਾਜ ਤੋਂ। ਉਹਦਾ ਭਾਵ ਇਹ ਸੀ ਵੀ ਭਾਵੇਂ ਮੈਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੁਪੁੱਤਰ ਹੈ, ਪਰ ਭਾਈ ਜੈਤਾ ਦਿੱਲੀ ਵਿੱਚ ਜੋ ਤੂੰ ਕਰਕੇ ਵਿਖਾਇਆ ਹੈ, ਤੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਤੂੰ ਬੇਟਾ ਹੈ, ਜਿਹਨੇ ਆਪਣੇ ਪਿਤਾ ਦੇ ਸੀਸ ਨੂੰ ਰੁਲਣ ਨਹੀਂ ਦਿੱਤਾ, ਜਿਹਨੇ ਆਪਣੇ ਪਿਤਾ ਦੇ ਸੀਸ ਦੀ ਬੇਕਦਰੀ ਨਹੀਂ ਹੋਣ ਦਿੱਤੀ, ਜਿਹਨੇ ਆਪਣੇ ਪਿਤਾ ਦੇ ਸੀਸ ਦੀ ਬੇਅਦਬੀ ਨਹੀਂ ਹੋਣ ਦਿੱਤੀ। ਕੌਣ ਪੁੱਤਰ ਹੈ ਜਿਹੜਾ ਆਪਣੇ ਪਿਤਾ ਦੀ ਪੱਗ ਨੂੰ ਰੋਲਣ ਦੇਵੇ? ਤੂੰ ਗੁਰੂ ਕਾ ਬੇਟਾ ਹੈ। ਇਹਦਾ ਮਤਲਬ ਇਹ ਬਣਦਾ ਹੈ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਜੈਤੇ ਨੂੰ ਆਪਣੇ ਭਰਾ ਹੋਣ ਦਾ ਖਿਤਾਬ ਦਿੱਤਾ ਸੀ, ਗੁਰੂ ਕਾ ਬੇਟਾ ਕਹਿ ਕੇ। ਤੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪੁੱਤਰ ਹੈ ਜਿਨੇ ਮਹਾਨ ਸੇਵਾ ਕੀਤੀ। ਸੋ ਜਿਸ ਦੀ ਝੋਲੀ 'ਚ ਸੇਵਾ ਆਈ ਹੈ ਉਹ ਫਿਰ ਇਹਦੀ ਦੁਨੀਆ ਤੱਕ ਲਈ ਅਮਰ ਹੋ ਗਿਆ। ਗੁਰੂ ਤੇਗ ਬਹਾਦਰ ਮਹਾਰਾਜ ਜੀ ਪ੍ਰਗਟ ਹੋਏ, ਇਹ ਸੱਚ ਹੈ, ਪਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਇਕੱਲੇ ਨਹੀਂ ਪ੍ਰਗਟ ਹੋਏ। ਸਤਿਗੁਰੂ ਜੀ ਨੂੰ ਪ੍ਰਗਟ ਕਰਨ ਵਾਲਾ ਮੱਖਣ ਸ਼ਾਹ ਲਬਾਣਾ ਵੀ ਰਹਿੰਦੀ ਦੁਨੀਆ ਤੱਕ ਲਈ ਸਤਿਗੁਰੂ ਨੇ ਕਿਰਪਾ ਕਰਕੇ ਪ੍ਰਗਟ ਕਰ ਦਿੱਤਾ। ਦੀਰਗ ਦਰਸ਼ਨ ਸਤਿਗੁਰ ਦੇਹ ਦਰਸ ਦਿਖਾਏ। ਆਓ ਗੁਰੂ ਕੇ ਪਿਆਰੋ ਆਓ, ਹੁਣ ਤੱਕ ਤੁਸੀਂ ਚਲੇ ਗਏ ਪਖੰਡੀਆਂ ਝੂਠਿਆਂ ਕੋਲ, ਹੁਣ ਨਾ ਜਾਇਓ। ਕਿਉਂਕਿ ਕਿਉਂ ਆਖਿਆ ਮੱਖਣ ਸ਼ਾਹ ਨੇ? ਇਹਨੂੰ ਆਪ ਪੂਰਾ ਗੁਰੂ ਮਿਲ ਗਿਆ ਸੀ, ਗੁਰੂ ਦੇ ਦਰਸ਼ਨ ਹੋ ਗਏ, ਮਾਇਆ ਰੱਖਤੀ, ਬੇੜਾ ਵੀ ਬੰਨੇ ਲੱਗ ਗਿਆ, ਗੁਰੂ ਦੀਆਂ ਖੁਸ਼ੀਆਂ ਵੀ ਮਿਲ ਗਈਆਂ, ਚਲੇ ਜਾਂਦਾ ਘਰ ਆਪਣੇ। ਇਹ ਕੁਝ ਕਿਉਂ ਕੀਤਾ ਇਹਨੇ? ਇਸ ਲਈ ਕੀਤਾ ਕਿ ਭਾਈ ਮੱਖਣ ਸ਼ਾਹ ਲਬਾਣਾ ਕੱਲਾ ਸਿੱਖ ਨਹੀਂ, ਭਾਈ ਮੱਖਣ ਸ਼ਾਹ ਲਬਾਣਾ ਗੁਰੂ ਘਰ ਦਾ ਪ੍ਰਚਾਰਕ ਵੀ ਹੈ। ਤੇ ਗੁਰੂ ਘਰ ਦੇ ਪ੍ਰਚਾਰਕ ਦੀ ਡਿਊਟੀ ਹੁਣ ਤੱਕ ਜੋ ਪਹਿਲਾਂ ਕਰਦਾ ਰਿਹਾ ਇਹ ਸਿੱਖ ਦਾ ਫਰਜ਼ ਸੀ, ਤੇ ਹੁਣ ਜੋ ਕਰ ਰਿਹਾ ਨਾ ਇਹ ਪ੍ਰਚਾਰਕ ਹੋਣ ਦੀ ਡਿਊਟੀ ਨਿਭਾ ਰਿਹਾ। ਮੈਂ ਗੁਰੂ ਘਰ ਦਾ ਪ੍ਰਚਾਰਕ ਹਾਂ, ਤੇ ਪ੍ਰਚਾਰਕ ਹੋਣ ਦੇ ਨਾਤੇ ਸੱਚ ਦੀ ਗੱਲ ਕਰਨੀ ਚਾਹੀਦੀ ਹੈ ਵੀ ਸੱਚਾ ਗੁਰੂ ਕੌਣ ਹੈ, ਝੂਠਾ ਕੌਣ ਹੈ। ਤੇ ਸੰਗਤੇ ਇਹ ਸੱਚਾ ਜੇ, ਜਿਹੜੇ ਬਾਕੀ ਬਾਈ ਬਾਹਰ ਬੈਠੇ ਨੇ ਝੂਠੇ ਨੇ, ਉਹਨਾਂ ਝੂਠਿਆਂ ਕੋਲ ਜਾ ਕੇ ਐਵੇਂ ਜੀਵਨ ਖਰਾਬ ਨਾ ਕਰੋ, ਉਹਨਾਂ ਦੇ ਮੱਕੜ ਜਾਲ 'ਚ ਨਾ ਫਸੋ, ਉਹਨਾਂ ਦੇ ਦਿਖਾਵੇ 'ਚ ਨਾ ਆਓ, ਉਹਨਾਂ ਦਾ ਲਿਬਾਸ ਨਾ ਵੇਖੋ, ਉਹ ਝੂਠ ਦੀਆਂ ਦੁਕਾਨਾਂ ਜੇ। ਗੁਰੂ ਨਾਨਕ ਦਾ ਸੱਚਾ ਘਰ ਆ ਹੈ। ਬਸ਼ਤਰ ਬਹੁਤ ਜਨ ਮੋਲ ਉਦਾਰੇ। ਜਿਸ ਭਾਈ ਮੱਖਣ ਸ਼ਾਹ ਨੇ ਬੜੇ ਕੀਮਤੀ ਬਸਤਰ ਸਤਿਗੁਰੂ ਜੀ ਨੂੰ ਭੇਟਾ ਕੀਤੇ, ਧਾਰੇ ਅਸਰ ਵੇ ਗੁਰੂ ਅਗਾਰੇ। 500 ਮੋਹਰ ਜਿਹੜੀ ਲੈ ਕੇ ਆਇਆ ਸੀ ਉਹ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਰੱਖੀ। ਦੇਖ ਦੇਖ ਸਿੱਖ ਚੋਪ ਕਰਨ ਤੇ। ਉਹਦੇ ਨਾਲ ਨਾਲ ਜੋ ਹੋਰ ਦਸਵੰਧ ਦੀ ਮਾਇਆ ਸੀ ਉਹ ਵੀ ਰੱਖੀ। ਦੇਖ ਦੇਖ ਕੇ ਮੱਖਣ ਸ਼ਾਹ ਦੀਆਂ ਗੱਲਾਂ ਸੁਣ ਸੁਣ ਕੇ ਸਿੱਖ ਹੈਰਾਨ ਹੋ ਗਏ। ਆਨ ਉਪਾਏ ਨਿਜ ਅਰ ਪੰਤੇ। ਸਾਰੇ ਆ ਕੇ ਫਿਰ ਸਤਿਗੁਰੂ ਮਹਾਰਾਜ ਜੀ ਨੂੰ
ਦਰਸ਼ਨ ਕਰਨ ਲੱਗੇ, ਚਰਨਾਂ ਤੇ ਭੇਟਾ ਰੱਖ ਕੇ ਮੱਥਾ ਟੇਕਣ ਲੱਗੇ। ਪੰਚਾ ਮਿਰਤੋ ਲਿਆ ਕਰਾਏ, ਕੜਾ ਪ੍ਰਸ਼ਾਦ ਦੀ ਬਹੁਤ ਖੁੱਲੀ ਦੇਗ ਕਰਾਈ ਗਈ। ਕੋ ਅਰਪਤ ਹੈ ਬਿਹਤਰ ਸਹਾਏ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਚ ਅਰਦਾਸ ਕੀਤੀ, ਕੜਾ ਪ੍ਰਸ਼ਾਦ ਦੀ ਦੇਗ ਵੰਡੀ। ਕਿਤਕ ਜਰਤ ਪਣ ਲਿਆਏ ਚੜਾਵੇ। ਹੋਰ ਸਿੱਖ ਸੰਗਤਾਂ ਵੀ ਜੋ ਜਿਸ ਦੇ ਕੋਲ ਗੁਰੂ ਘਰ ਦੀ ਦਸਵੰਧ ਦੀ ਮਾਇਆ ਹੈ, ਉਹ ਸਾਰੇ ਲਿਆ ਕੇ ਸਤਿਗੁਰੂ ਜੀ ਨੂੰ ਭੇਟਾ ਕਰਨ ਲੱਗੇ। ਭਸਮੰ ਬਬਰ ਕੋ ਲੈ ਅਰ ਪਾਵੇ। ਕੋਈ ਜਿਹੜਾ ਬੜੇ ਕੀਮਤੀ ਬਸਤਰ ਪਸ਼ਮੀਨੇ ਦੇ ਕੱਪੜੇ ਲਿਆ ਕੇ ਥਾਨ ਭੇਟ ਕਰਦਾ। ਭਏ ਪੇਰ ਬੋ ਨਰ ਕੀ ਆਏ। ਮੱਥਾ ਟੇਕਣ ਵਾਲਿਆਂ ਦੀ ਸਤਿਗੁਰੂ ਜੀ ਦੇ ਕੋਲ ਭੀੜ ਲੱਗ ਗਈ, ਲੈਣਾ ਲੱਗ ਗਈਆਂ। ਬੰਦਨ ਕਰੇ ਬਦਨ ਦਰਸਾਏ। ਹਰ ਕੋਈ ਆ ਕੇ ਸਤਿਗੁਰੂ ਜੀ ਦੇ ਕਹਿ ਲੋ ਸੱਚੇ ਗੁਰੂ ਦੇ ਦਰਸ਼ਨ ਕਰਕੇ ਖੁਸ਼ ਹੋ ਰਿਹਾ ਹੈ। ਜੈ ਸਤਿਗੁਰ ਕੇਰੀ। ਸਾਰੇ ਆਖਦੇ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਕਿਰਪਾ ਕੀਤੀ ਹੈ, ਜੋ ਸਾਨੂੰ ਦਰਸ਼ਨ ਦਿੱਤੇ, ਸਾਡੀ ਬਾਹ ਫੜੀ। ਗੁਰੂ ਘਰ ਦੀ ਸੱਚੇ ਗੁਰੂ ਦੀ ਹਮੇਸ਼ਾ ਜੈ ਜੈਕਾਰ ਹੈ। ਸਭ ਤੇ ਮੈਂ ਮਾਦਕ ਬਡੇਰੀ। ਇਹ ਝੂਠੇ ਜਿਹੜੇ ਨੇ ਇਹ ਤਾਰਿਆਂ ਵਾਂਗੂ ਹੁਣ ਛੁਪ ਜਾਣਗੇ, ਸੱਚ ਦਾ ਸੂਰਜ ਚੜ ਗਿਆ ਹੈ। ਸ੍ਰੀ ਨਾਨਕ ਕੀ ਜੋਤ ਉਦਾਰਾ। ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਜਿਹੜੀ ਗੁਰਤਾ ਗੱਦੀ ਦੀ ਸੱਚ ਦੀ ਸ਼ਬਦ ਦੀ ਜੋਤ ਹੈ। ਅਬ ਤਿਸ ਕੇ ਤੁਮ ਅਹੋ ਉਦਾਰਾ। ਸੱਚੇ ਪਾਤਸ਼ਾਹ ਮਹਾਰਾਜ ਜੀ ਉਹ ਜੋਤ ਤੁਹਾਡੇ ਅੰਦਰ ਹੈ, ਤੁਸੀਂ ਸੱਚੇ ਗੁਰੂ ਹੋ। ਸਿੱਖ ਅਨ ਸਕਲ ਕਾਮਨਾ ਜੋਈ। ਇਸ ਤਰ੍ਹਾਂ ਸਿੱਖਾਂ ਦੀ ਜੋ ਵੀ ਮਨ ਦੀ ਕਾਮਨਾ ਹੁੰਦੀ ਹੈ, ਤਿਨ ਕੇ ਨਰ ਬਾਹਕ ਤੁਮ ਹੋਈ। ਸਤਿਗੁਰੂ ਸਿੱਖਾਂ ਦੀ ਕਾਮਨਾ ਤੁਹਾਡੇ ਤੋਂ ਬਿਨਾਂ ਹੋਰ ਕੌਣ ਪੂਰੀ ਕਰ ਸਕਦਾ ਹੈ। ਦੋਰੇ ਰਹੇ ਨਾ ਦਰਸ ਦਿਖਾਵਾ। ਕਿੰਨੇ ਸਮੇਂ ਤੋਂ ਆਪ ਜੀ ਭੋਰਾ ਸਾਹਿਬ ਦੇ ਅੰਦਰ ਗੁਪਤ ਹੀ ਬੈਠੇ ਰਹੇ। ਕਿਮ ਸਪ ਸਕੇ ਪਾਨ ਉਦਤਾਵਾ। ਤੇ ਜਿਹੜਾ ਸੂਰਜ ਹੈ ਨਾ, ਕਿਤੇ ਵਕਤੀ ਤੌਰ ਤੇ ਥੋੜੇ ਸਮੇਂ ਲਈ ਸੂਰਜ ਦੇ ਅੱਗੇ ਧੁੰਦ ਆ ਜਾਏ, ਸੂਰਜ ਦੇ ਅੱਗੇ ਬੱਦਲ ਆ ਜਾਏ, ਪਰ ਧੁੰਦ ਦਾ ਤੇ ਬੱਦਲ ਦਾ ਇਹ ਨਹੀਂ ਮਤਲਬ ਹੁੰਦਾ ਵੀ ਉਹਨਾਂ ਨੇ ਸੂਰਜ ਨੂੰ ਢੱਕ ਲਿਆ, ਜਾਂ ਸੂਰਜ ਦੇ ਪ੍ਰਕਾਸ਼ ਨੂੰ, ਉਹਦੀ ਤਾਕਤ ਨੂੰ, ਉਹਦੀਆਂ ਕਿਰਨਾਂ ਨੂੰ ਧੁੰਦ ਜਾਂ ਬੱਦਲ ਧਰਤੀ ਤੇ ਆਉਣ ਤੋਂ ਰੋਕ ਸਕਦੇ ਨੇ। ਇਹ ਸਿਰਫ ਕੁਝ ਵਕਤ ਦੀ ਗੱਲ ਹੁੰਦੀ ਹੈ। ਜਦੋਂ ਇਹ ਸੱਚ ਦਾ ਸੂਰਜ ਚੜ੍ਹਦਾ ਹੈ ਨਾ, ਉਦੋਂ ਫਿਰ ਤਾਰੇ ਛਪੇ, ਅੰਧੇਰ ਪਲੋਆ ਬਣ ਜਾਂਦਾ ਹੈ। ਕਰੋ ਉਦਾਹਰਨ ਸਿੱਖਿਆਨ ਕਰਨਾ। ਆਪ ਆਪਣੀ ਅਨੁਕੰਪਾ ਕਰਕੇ, ਅਨੁਕਰਣਾ ਕਰਕੇ, ਆਪਣੀ ਕਿਰਪਾ ਬਖਸ਼ਿਸ਼ ਕਰਕੇ ਲਾਹੇ ਸਿੱਖਾਂ ਦੀ ਬਾਹ ਪੜੋ, ਸਿੱਖਾਂ ਦਾ ਪਾਰ ਉਤਾਰਾ ਕਰੋ। ਲਾਹੇ ਆਨੰਦ ਦਰਸ ਤੁਮ ਹੇਰਨ। ਇਸ ਤਰ੍ਹਾਂ ਸਿੱਖ ਜਿਹੜਾ ਹੁੰਦਾ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਹੋਵੇ ਸਿਫਤ ਖਸਮ ਦੀ, ਨੂਰੇ ਅਰਸੋਂ ਕੁਰਸੋਂ ਝਟੀਏ ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਏ। ਇਮ ਕਹਿ ਕੈ ਬੋ ਭੇਟ ਚੜਾਵੇ। ਇਸ ਤਰ੍ਹਾਂ ਵਡਿਆਈ ਕਰ ਕਰਕੇ ਸਿੱਖ ਗੁਰੂ ਚਰਨਾਂ ਵਿੱਚ ਭੇਟਾ ਅਰਪਣ ਕਰਦੇ ਹਨ। ਬਿਨੇ ਕਾਮਨਾ ਸਤ ਸੁਨਾਵੇ। ਆਪਣੀਆਂ ਮਨੋ ਕਾਮਨਾ ਬੇਨਤੀ ਕਰ ਕਰਕੇ ਸਤਿਗੁਰੂ ਜੀ ਨੂੰ ਸੁਣਾਉਂਦੇ। ਕੋਈ ਇੱਕ ਸਿੱਖ ਕਹੇ ਤਿਨ ਮਾਹੀ। ਕੋਈ ਸਿੱਖ ਉਦੋਂ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦਾ, ਬੇਨਤੀ ਕਰਦਾ, ਜਿਨ ਕੇ ਹਿਰਦੇ ਅਸਰਦਾ ਨਾਹੀ। ਜਿਨ੍ਹਾਂ ਦੇ ਮਨ ਵਿੱਚ ਗੁਰੂ ਪ੍ਰਤੀ ਬੜਾ ਪਿਆਰ ਹੈ, ਸਿਦਕ, ਭਰੋਸਾ, ਸ਼ਰਧਾ ਹੈ। ਕਰਮ ਆਨੰਦਨ ਸਭ ਇੱਕ ਕੇਰੇ। ਸਤਿਗੁਰੂ ਮਹਾਰਾਜ ਜੀ ਸਾਰੇ ਸਿੱਖਾਂ ਨੂੰ ਨਿਹਾਲ ਕਰ ਰਹੇ ਹਨ। ਮਹਾ ਭਾਗ ਸੰਤੋਖ ਕਨੇਰੇ। ਜਿਨ੍ਹਾਂ ਸਿੱਖਾਂ ਦੇ ਵੱਡੇ ਭਾਗ ਨੇ, ਜਿਨ੍ਹਾਂ ਸਿੱਖਾਂ ਦੇ ਅੰਦਰ ਬੜੀ ਖੁਸ਼ੀ ਹੈ ਅੱਜ, ਸਮਦਮ ਸ਼ਾਂਤੀ ਮਦਰ ਬਚੰਦਾ। ਉਹਨਾਂ ਨੂੰ ਵੇਖ ਕੇ ਇੱਕ ਸਿੱਖ ਗੁਰੂ ਦੀ ਉਸਤਤ ਕਰ ਰਿਹਾ। ਮੇਰਾ ਸਤਿਗੁਰੂ ਜਿਨ੍ਹਾਂ ਦੀ ਬਿਰਤੀ ਸੁੱਖ ਵਿੱਚ ਦੁੱਖ ਵਿੱਚ ਇੱਕ ਸਮਾਨ ਹੈ, ਨਿਜ ਸਰੂਪ ਮੈਂ ਸਦਾ ਪ੍ਰਸੰਨਾ। ਜਿਹੜੇ ਅੰਤਰਮੁਖੀ ਬਿਰਤੀ ਰੱਖ ਕੇ ਆਪਣੇ ਸਵੈਮ ਸਰੂਪ ਦਾ ਧਿਆਨ ਧਰ ਕੇ ਅੰਤਰ ਆਤਮੇ ਪ੍ਰਭੂ ਪਰਮਾਤਮਾ ਦੇ ਨਾਲ ਇੱਕ ਰਸ ਹੋ ਕੇ ਆਨੰਦ ਮਾਣਦੇ ਹਨ। ਸਹਿਨਸ਼ੀਲ ਮਨ ਰਾਗ ਨ ਦਰਸ। ਜਿਨ੍ਹਾਂ ਨੂੰ ਖੁਸ਼ੀ ਗਮੀ ਕੋਈ ਪੋ ਨਹੀਂ ਸਕਦੇ, ਜਿਹੜੇ ਸਤਿਗੁਰੂ ਜੀ ਵਰਗਾ
ਕੋਈ ਸਹਿਨਸ਼ੀਲਤਾ ਵਾਲਾ ਹੋਰ ਨਹੀਂ। ਸਦਾ ਜਤਨ ਦੇ ਸੋ ਨ ਕਲੇਸ਼, ਹਮੇਸ਼ਾ ਆਪਣੇ ਅੰਦਰ ਆਨੰਦ ਵਿੱਚ ਰਹਿੰਦੇ ਨੇ, ਕਲੇ ਕਲੇਸ਼ ਤੋਂ ਦੂਰ ਰਹਿੰਦੇ। ਗੁਰ ਤਾ ਚਿਤ ਜਿਤਕ ਵਡਿਆਈ, ਗੁਰੂ ਨਾਨਕ ਮਹਾਰਾਜ ਜੀ ਦੇ ਘਰ ਦੀ ਗੁਰਤਾ ਗੱਦੀ ਅੱਜ ਪ੍ਰਾਪਤ ਹੋਈ ਤੇ ਇਹ ਵਡਿਆਈਆਂ ਮਿਲੀਆਂ। ਇਨ ਮੈਂ ਸਭ ਪਈ ਅਤ ਭਲਾਈ, ਇਹਨਾਂ ਦੇ ਅੰਦਰ ਗੁਰਤਾ ਗੱਦੀ ਪ੍ਰਾਪਤ ਕਰਨ ਵਾਲੇ ਸਾਰੇ ਉਹ ਭਲੇ ਤੇ ਸ਼ੁਭ ਗੁਣ ਮੌਜੂਦ ਹਨ। ਏਕ ਸੁਭਾਵ ਇਨ ਤਾਰਨ ਮੌਨ, ਕਿੰਨਾ ਸਮਾਂ ਸਤਿਗੁਰੂ ਮਹਾਰਾਜ ਜੀ ਭੋਰੇ 'ਚ ਬੈਠੇ ਰਹੇ, ਗੁਪਤ ਰਹੇ, ਕਿਸੇ ਨਾਲ ਕੋਈ ਬਹੁਤਾ ਬਚਨ ਬਿਲਾਸ ਨਹੀਂ ਸੀ ਕਰਦੇ। ਜਾਤੇ ਗਿਓ ਸਮੀਪ ਨ ਕੌਣ, ਇਸੇ ਕਰਕੇ ਸਿੱਖ ਜਿਹੜੇ ਨੇ ਉਹ ਇਹਨਾਂ ਦੇ ਕੋਲ ਨਹੀਂ ਗਏ, ਭਾਵ ਨਾ ਇਹ ਬਾਹਰ ਬੈਠੇ ਨਾ ਗੱਦੀ ਲਾਈ। ਭੇਦ ਨ ਪਾਏ ਸਕੇ ਓਏ ਨ ਕੋਏ, ਇਸੇ ਕਰਕੇ ਸੱਚੇ ਗੁਰੂ ਦਾ ਕਿਸੇ ਨੇ ਭੇਦ ਨਹੀਂ ਸੀ ਜਾਣਿਆ। ਉਦਾਸੀਨ ਸਭ ਤੇ ਨਿਤ ਜੋਏ, ਸਭ ਤੋਂ ਆਪ ਵੱਖਰੇ ਰਹੇ, ਨਿਰਾਲੇ ਰਹੇ, ਭੋਰੇ 'ਚ ਗੁਪਤ ਰਹੇ। ਇਨ ਕੋ ਪਿਤਾ ਬਲੀ ਪੁਜ ਬਾਰੀ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਿਤਾ ਗੁਰੂ ਹਰਗੋਬਿੰਦ ਮਹਾਰਾਜ ਜੀ ਜਿਹੜੇ ਵੱਡ ਯੋਧੇ ਤੇ ਪਰ ਉਪਕਾਰੀ ਸਨ। ਜਿਨ ਸਮਾਨ ਨ ਅਪਰ ਅਕਾਰੀ, ਜਿਨ੍ਹਾਂ ਦੇ ਸਮਾਨ ਹੋਰ ਕੋਈ ਬਾਹੂਬਲ ਵਾਲਾ ਬਹਾਦਰ ਸੂਰਮਾ ਨਹੀਂ ਸੀ। ਸੁਦਰ ਸੋ ਬਸਰ ਬੰਗ ਬਲੰਦ, ਹੁਣ ਇਹਨਾਂ ਦਾ ਸਰੀਰ ਵੀ ਆਪਣੇ ਪਿਤਾ ਵਾਂਗੂ ਬੜਾ ਉੱਚਾ, ਸੋਹਣਾ ਤੇ ਬੜਾ ਖੁੱਲੀ ਡੀਲ ਡੋਲ ਵਾਲਾ ਹੈ। ਮੈਦ ਜੋਧ ਜੇਤਰੇ ਪਬਰੰਦ, ਜਿਹੜੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਜਿਸਮਾਨੀ ਤਾਕਤ ਨਾਲ ਮੈਦਾਨੇ ਜੰਗ ਵਿੱਚ ਵੈਰੀਆਂ ਦੇ ਆਹੂ ਲਾਹੇ ਤੇ ਸ਼ਾਹਜਹਾਨ ਨਾਲ 4 ਜੰਗਾਂ ਲੜ ਕੇ ਜਿੱਤੀਆਂ। ਸ੍ਰੀ ਗੁਰ ਹਰ ਗੋਬਿੰਦ ਸੁਖ ਕੰਦ, ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਜਿਹੜੇ ਆਪਣੇ ਸਿੱਖਾਂ ਵਾਸਤੇ ਸੁੱਖਾਂ ਦਾ ਮੂਲ ਰਹੇ। ਤਿਨ ਕੇ ਸੁਤ ਗੁਣ ਧਰਮੇ ਮਨੰਦ, ਉਹਨਾਂ ਦੇ ਸੁਪੁੱਤਰ ਵਿੱਚ ਵੀ ਸਾਰੇ ਆਪਣੇ ਪਿਤਾ ਵਰਗੇ ਗੁਣ ਹਨ। ਦੀਰਘ ਦਰਸ਼ਨ ਬਦਨ ਸੁਹਾਵਾ, ਜਿਨ੍ਹਾਂ ਦੇ ਦਰਸ਼ਨ ਬੜੇ ਸੋਹਣੇ ਨੇ ਤੇ ਸਰੀਰ ਦੀ ਡੀਲ ਡੋਲ, ਆਪਾਂ ਨੇ ਨਾ ਖੁੱਲਾ ਸਰੀਰ, ਕੱਦ ਕਾਠੀ ਸੋਹਣੀ, ਭਾਵ ਬਾਹਾਂ ਲੰਬੀਆਂ ਲੰਬੀਆਂ ਹੋਣੀਆਂ, ਹਾਈਟ ਉੱਚੀ ਹੋਣੀ, ਨੇਤਰ ਵੱਡੇ ਵੱਡੇ ਹੋਣੇ, ਨੱਕ ਉੱਚਾ ਹੋਣਾ, ਮੱਥਾ ਉੱਚਾ ਹੋਣਾ, ਚਿਹਰੇ ਦੀ ਫੱਬ, ਚਿਹਰੇ ਦੀ ਸੁੰਦਰਤਾ, ਇੱਕ ਇੱਕ ਅੰਗ ਦੀ ਸਰੀਰ ਦੀ ਜਿਹੜੀ ਬਣਤਰ ਬੜੀ ਸੋਹਣੀ ਖੁੱਲੀ ਹੈ। ਦੇਸ ਮਸਰ ਸਰਲ ਬਨਾਵਾ, ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਸਰੀਰ ਵੀ ਆਪਣੇ ਪਿਤਾ ਵਾਂਗੂ ਬੜਾ ਉੱਚਾ ਸੀ, ਭਾਵ ਹਾਈਟ ਬੜੀ ਸੀ ਮਹਾਰਾਜ ਜੀ ਦੀ। ਦੇਖੋ ਜੇ ਹੁਣ ਦੇ ਹਿਸਾਬ ਨਾਲ ਆਖੀਏ ਵੀ ਕਿੰਨੇ ਫੁੱਟ ਕਿੰਨੇ ਇੰਚ ਹੈ, ਇਹ ਕਹਿਣਾ ਜਿਹੜਾ ਉਹ ਗਲਤ ਹੋਏਗਾ, ਕਿਉਂਕਿ ਉਦੋਂ ਇੱਕ 3 ਇੰਚਾਂ ਵਾਲਾ ਫੁੱਟਾਂ ਵਾਲਾ ਕੋਈ ਕੰਮ ਨਹੀਂ ਸੀ ਜ਼ਿਆਦਾ। ਤੇ ਫਿਰ ਉਦੋਂ ਦਾ ਜੋ ਸਿੱਧਾ ਸਿੱਧਾ ਅੰਦਾਜ਼ਾ ਲਾ ਕੇ ਕਿਹਾ ਜਾਂਦਾ ਵੀ ਬੜੀ ਲੰਬੀ ਹਾਈਟ, ਤੇ ਉਦੋਂ ਦੀ ਹਾਈਟ ਦੇ ਹਿਸਾਬ ਨਾਲ ਜੇ ਵੇਖੀਏ ਤੇ ਆਮ ਸਰੀਰ ਵੀ ਜਿਹੜੇ ਸੀ ਉਹ ਅੱਜ ਵਰਗੇ ਮਧਰੇ ਨਹੀਂ ਸੀ। ਇਹ ਤੇ ਹੁਣ ਦਿਨ ਬਾ ਦਿਨ ਫਰਕ ਪੈਂਦਾ ਜਾ ਰਿਹਾ। ਆਪਾਂ ਆਪਣੇ ਬਜ਼ੁਰਗਾਂ ਵੱਲ, ਵੱਡਿਆਂ ਵੱਲ ਵੇਖੀਏ ਨਾ, ਉਹਨਾਂ ਦੇ ਸਰੀਰ ਬੜੇ ਖੁੱਲੇ ਸੀ, ਖੁੱਲੇ ਸਰੀਰ, ਭਾਵ ਇੱਕ ਤੇ ਉਹਨਾਂ ਦੇ ਹੱਥ ਵੇਖੋ ਵੱਡੇ ਵੱਡੇ ਚੌੜੇ ਚੌੜੇ ਹੱਥ, ਪੈਰ ਕਿੰਨੇ ਕਿੰਨੇ। ਪੁਰਾਣੇ ਬਜ਼ੁਰਗ ਅੱਜ ਵੀ ਕਈ ਇਹੋ ਜਿਹੇ ਮਿਲਦੇ ਨੇ ਜਿਨ੍ਹਾਂ ਦੇ ਨਾਪ ਦੀ ਬਾਜ਼ਾਰ ਚੋਂ ਜੁੱਤੀ ਨਹੀਂ ਮਿਲਦੀ, ਪੈਰ ਇੰਨੇ ਖੁੱਲੇ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਵੀ ਸਰੀਰ ਦੀ ਡੀਲ ਡੋਲ ਖੁੱਲੀ, ਹਾਈਟ ਬੜੀ ਉੱਚੀ। ਉਹਦੇ ਕਾਰਨ ਬੜੇ ਨੇ। ਉਹਦੇ ਕਾਰਨ ਇਹ ਨੇ ਵੀ ਉਸ ਵੇਲੇ ਦੀਆਂ ਚੰਗੀਆਂ ਖੁਰਾਕਾਂ, ਵਹਿਬਤਾਂ ਤੋਂ, ਨਸ਼ਿਆਂ ਤੋਂ ਦੂਰ, ਮਾੜੀ ਕੋਈ ਸੰਗਤ ਨਹੀਂ, ਮਾੜੀ ਕੋਈ ਵਿਚਾਰ ਨਹੀਂ, ਮਾੜਾ ਕੋਈ ਨਸ਼ਾ ਨਹੀਂ, ਪਿਤਾ ਦੀ ਵੱਡਿਆਂ ਦੀ ਆਗਿਆ ਵਿੱਚ ਰਹਿਣਾ, ਚੰਗੀਆਂ ਘਰ ਦੀਆਂ ਖੁਰਾਕਾਂ ਤੇ ਮਿਹਨਤਾਂ। ਹੁਣ ਤੁਸੀਂ ਵੇਖਿਆ ਨਾ, ਇਹ ਕਿਸਾਨੀ ਦਾ ਮੋਰਚਾ ਲਾਇਆ ਨਾ, ਇਹ 'ਚ ਕੋਈ ਸ਼ੱਕ ਨਹੀਂ ਵੀ ਜਿਹੜਾ ਹੁਣ ਤੱਕ ਵਹਿਮ ਸੀ ਨਾ ਵੀ ਸਾਡੀ ਪੰਜਾਬੀ ਦੀ ਜੋ ਜਵਾਨੀ ਹੈ ਪੰਜਾਬ ਦੀ ਨਸ਼ਿਆਂ 'ਚ ਰੁੜ ਚੱਲੀ ਹੈ, ਇਹ ਵੀ ਉਹਨਾਂ ਦਿਖਾਤਾ ਸਾਡੀ ਪੰਜਾਬ ਦੀ ਜਵਾਨੀ ਨੇ ਵੀ ਨਹੀਂ ਸਾਰੇ ਇਹੋ ਜਿਹੇ ਨਹੀਂ। ਤੇ ਦੂਸਰੇ ਪਾਸੇ ਜਿਹੜੀ ਉਹਨਾਂ ਦੀ ਕਮਾਂਡ ਕੀਤੀ ਹੈ ਨਾ, ਉਹ ਬਜ਼ੁਰਗਾਂ ਨੇ ਕੀਤੀ ਹੈ, ਸਾਡਿਆਂ ਨੇ। ਇਹ ਸਾਨੂੰ ਮਾਣ ਹੈ ਇਸ ਗੱਲ ਦਾ, ਜਿਹੜੀ ਕਮਾਂਡ ਕੀਤੀ ਹੈ ਨਾ ਬਜ਼ੁਰਗਾਂ ਨੇ ਕੀਤੀ ਹੈ। ਤੇ ਭਾਵੇਂ ਸਰਕਾਰਾਂ ਆਖੀ ਜਾਣ, ਭਾਵੇਂ ਮੀਡੀਆ ਵਾਲੇ ਆਖੀ ਜਾਣ, ਨਹੀਂ ਜੀ ਨਹੀਂ, ਇਹ ਕਾਨੂੰਨ ਦੀ ਉਹਨਾਂ ਨੂੰ ਸਮਝ ਨਹੀਂ ਆਈ, ਪਰ ਦੁਨੀਆ ਮੰਨ ਗਈ ਹੈ ਵੀ ਉਹਨਾਂ ਸਾਡੇ ਬਜ਼ੁਰਗਾਂ ਦੀ ਜੋ ਅਕਲ ਹੈ, ਉਹਨਾਂ ਦੀ ਸਿਆਣਪ ਹੈ।
एडा वड्डा अंदोलन ते उस अंदोलन नूं इन्ने साफ सुथरे ढंग नाल चलाया, ना तो उस अंदोलन नूं किसी एक धर्म की रंगत दिती ते ना उस अंदोलन नूं किसी पार्टी की रंगत देण दिता। ये की सियाणप नहीं साडे बजुर्गों की। ये मीडिया का तो आपां नूं पता ही है, इहो जिहे इन्नियां उच्चियां सुच्चियां स्टेजां तो जे शब्द नहीं वरतने चाहिए। तुसीं चंगी तरह सारा कुछ जानदे हो, इन्हां ने तो करना ही है जो उन्हां दी ड्यूटी है। ये साडे बजुर्गों की सियाणप है, साडे वड्डियां दी सियाणप है। साडी बजुर्गी ने अगवाई की, साडे बजुर्गों ने कमांड की, अगे लगे, ते फिर पिछे नाल साडे पंजाब की जवानी ने, हरियाणे की जवानी ने कमालां करतियां ना। तौबा तौबा, दुनिया हिला के रखती। दुनिया ने वेख्या भी इहो जिहा प्रोटेस्ट दुनिया च किते नहीं होया। देखो दो गल्लां ने, अज ये गल आउंदी है कि पता नहीं जित होएगी कि हार होएगी। ये गल्लां बाद दियां हुंदियां ने। जिहड़ी पहली गल हुंदी है ना, जित हार दी नहीं हुंदी। देखो तुहानूं मैं उदाहरण दिना भी असीं हमेशा अपने गुरु ते अपने वडेरियां दे इतिहास तो सिੱਖਦੇ हैं। धन गुरु तेग बहादुर महाराज जी के सामने भी दो गल्लां आईयां। पहली गल ये भी औरंगजेब के अगे झुक जाओ, उसकी ईन मन लो, जो आंदा वो कर लो। पहली गल आ सी, यही सी ना जी। दूजी गल ये सी भी आपां औरंगजेब की गल मननी नहीं, आपां अड़ना है। जित हार की गल बाद दी है, जितना कि हारना वो वक्त तय करता है। पहली गल की है, झुक जाना, ईन मन लैनी कि अड़ना। तो गुरु तेग बहादुर महाराज जी ने की चुनिया? नहीं, ईन नहीं मननी, झुकना नहीं, अड़ना है, अड़े। तो ये बहुत गहराई तो वेखोगे ना, भावें शहीदी गुरु तेग बहादुर महाराज जी की है। इस लड़ाई में शहीदी 3 सिखां की है, पर दावे दे नाल इतिहास ये गल डंके की चोट नाल आखदा है कि शहीदी गुरु तेग बहादुर महाराज जी की है, शहीदी 3 सिखां की है, पर जित भी गुरु तेग बहादुर महाराज जी की है, तो जित भी 3 सिखां की है। औरंगजेब की जित नहीं है ये, औरंगजेब की हार है। कदी पढ़ियो। इस हार तो बाद गुरु तेग बहादुर महाराज जी की शहादत तो बाद औरंगजेब कदी दिल्ली के तख्त ते बैठन जोगा नहीं रहा। ये दिल्ली का तख्त छड़ के दखण नूं चला गया। एक उदाहरण आ। दूजी उदाहरण, आनंदपुर साहब नूं घेरा पिया, एक पासे 22 राजे, औरंगे की फौज सेंटर की फौज सारी। फिर गुरु गोबिंद सिंह महाराज के सामने दो गल्लां आईयां। दो गल्लां आईयां। किहड़ियां गल्लां? पहली गल, औरंगजेब नाल संधि की जाए, उहदी ईन मन्नी जाए, उहदे अगे झुकिया जाए, उहदी अधीनगी, उहदी गुलामी कबूल की जाए। पहली शर्त है। दूजी शर्त है कि उहदे अगे अड़िया जाए, उहदी कोई गल कबूल नहीं, मंजूर नहीं, अड़ना। अड़े ना। सतगुरु महाराज जी ने दूजा रस्ता चुनिया, अड़े। जित ते हार की गल बाद च हुंदी है। ते फिर इतिहास दसदा है कि भावें उन्हां दी सोच दे हिसाब नाल चमकौर दी गढ़ी वो ये आखदे हुण भी असीं जित लई है। सतगुरु जी दे नाल दे 40 सिंह शहीद हो गए। 3 सिंह जिहड़े ने भाई दया सिंह, धर्म सिंह ते मान सिंह, ये सतगुरु महाराज जी दे नाल गए। बाकी दे सिंह शहीद हो गए। कलगियां वाले महाराज जी इत्थों चले गए। उन्हां दी सोच विच भावें कुछ होवे, पर इतिहास दसदा है जित सतगुरु पातशाह महाराज जी दी हुई। आनंदपुर साहिब दा किला गया, परिवार खीरू खीरू होया, साहिबजादियां दी शहीदी हुई, जाना तो प्यारे सिंहां दी शहीदी हुई, कीमती वस्तुआं, कीमती खजाना गया, सारा कुछ गया, पर जित किहदी हुई? अखीर कलगियां वाले पातशाह जी दी। क्यों हुई? कि फिर जिहड़ा आखिरी फैसला होया ना जित ते हार दा, औरंगजेब ने अपने आखिरी वेले रो रो के अपने गुनाह मन्ने कबूल किए। ते कलगियां वाले पातशाह जी ने दीने कांगड़ की धरती तो जिहड़ी उन्होंने चिट्ठी भेजी सी ना, उस चिट्ठी नूं असीं चिट्ठी नहीं आखदे, उस चिट्ठी का नाम जफरनामा है, भाव जित की चिट्ठी सी। औरंगिया तो जुल्म कीते ते साडे सामने दो गल्लां आईयां, अड़ना कि झुक जाना। असीं अड़ना कबूल किया, झुकना नहीं, अड़ना।
ਇੰਨਾ ਕੁਝ ਹੋਣ ਦੇ ਬਾਵਜੂਦ ਆ ਤੈਨੂੰ ਚਿੱਠੀ ਲਿਖ ਕੇ ਮੈਂ ਭੇਜ ਰਿਹਾ, ਜਰਾ ਮੇਰੇ ਸਾਹਮਣੇ ਤੇ ਆਉਂਦਾ ਇੱਕ ਵਾਰ ਤੇ ਮੈਂ ਤੈਨੂੰ ਦੱਸਦਾ ਵੀ ਜਿੱਤ ਕਿਹਦੀ ਹੈ ਤੇ ਹਾਰ ਕਿਹਦੀ ਹੈ। ਜਿੱਤ ਸਾਡੀ ਹੈ, ਹਾਰ ਤੇਰੀ ਹੈ। ਔਰ ਜ਼ਮਾਨੇ ਨੇ ਇਹ ਮੰਜ਼ਰ ਵੇਖਿਆ ਕਿ ਜ਼ੁਲਮ ਦੇ ਅੱਗੇ ਅੜਨ ਵਾਲਿਆਂ ਦੀ ਹਮੇਸ਼ਾ ਜਿੱਤ ਹੋਈ ਹੈ ਤੇ ਜ਼ੁਲਮ ਕਰਨ ਵਾਲਿਆਂ ਦੀ ਹਮੇਸ਼ਾ ਹਾਰ ਹੋਈ ਹੈ। ਤਾਂ ਗੱਲ ਮੈਂ ਕਿੱਥੇ ਲਿਆ ਰਿਹਾ ਸਾਂ? ਸਰੀਰ ਦੀ ਕੱਦ ਕਾਠੀ ਤੇ ਹਾਈਟ ਦੇ। ਸਾਡੇ ਪੁਰਾਣੇ ਬਜ਼ੁਰਗਾਂ ਦੀਆਂ ਕੱਦ ਕਾਠੀ ਹਾਈਟ ਉਹਨਾਂ ਦੀਆਂ ਬੜੀਆਂ ਵੱਡੀਆਂ ਹੁੰਦੀਆਂ ਸੀ। ਹੁਣ ਦੇ ਕਾਰਨ ਆਪਾਂ ਜਾਣਦੇ ਹਾਂ ਵੀ ਨਾ ਤੇ ਸਾਡੇ ਨਿਆਣੇ ਦੀਆਂ ਉਹ ਜਿਹੀਆਂ ਖੁਰਾਕਾਂ, ਤੇ ਬੱਚੇ ਦਾ ਭਾਰ ਤੋਲ ਕੇ ਵੇਖ ਲਿਓ, ਬੱਚੇ ਦਾ ਆਪਣਾ ਉਹਨਾਂ ਭਾਰ ਨਹੀਂ ਹੁੰਦਾ ਜਿੰਨਾ ਭਾਰ ਉਹਦੇ ਬਸਤੇ ਦਾ ਹੁੰਦਾ। ਇਹ ਪ੍ਰੈਸ਼ਰ ਪੜ੍ਹਾਈਆਂ ਦਾ, ਖੁਰਾਕਾਂ ਉਹ ਜਿਹੀਆਂ ਹੈ ਨਹੀਂ। ਮਲਾਈ ਵੇਖ ਕੇ ਨਿਆਣਿਆਂ ਨੂੰ ਉਲਟੀ ਆਉਂਦੀ ਤੇ ਫਿਰ ਹਾਈਟ ਕਿੱਥੋਂ ਬਣਨੀ ਹੈ? ਹਾਈਟ ਕਿੱਥੋਂ ਬਣਨੀ ਹੈ? ਲੋ ਹਾਈਟ ਦੀ ਵੀ ਗੱਲ ਕਰ ਲਈਏ ਨਾ, ਇਹ ਤੁਹਾਡੇ ਬੱਚਿਆਂ ਦੀ ਹਾਈਟ ਦਾ ਮੁੱਦਾ ਵੀ ਇਹ ਕਿਸਾਨੀ ਦੇ ਸੰਘਰਸ਼ ਨਾਲ ਜੁੜਿਆ ਜੇ। ਜਿੱਧਰ ਮਰਜ਼ੀ ਵੇਖ ਲਓ, ਆਪਣੇ ਬੱਚਿਆਂ ਦੀ ਹਾਈਟ ਦਾ ਮੁੱਦਾ ਵੀ ਕਿਸਾਨੀ ਦੇ ਸੰਘਰਸ਼ ਨਾਲ ਜੁੜਿਆ। ਬੱਚੇ ਚੰਗੀ ਖੁਰਾਕ ਖਾਣਗੇ ਤਾਂ ਹੀ ਤੇ ਹਾਈਟ ਵਧੇਗੀ ਨਾ। ਤੇ ਚੰਗੀ ਖੁਰਾਕ ਕਿੱਥੋਂ ਹੋਣੀ ਹੈ? ਚੰਗੀ ਖੁਰਾਕ ਕੀ ਹੈ? ਦੁੱਧ। ਚੰਗੀ ਖੁਰਾਕ ਕੀ ਹੈ? ਘਿਓ। ਤੇ ਘਿਓ ਕਿੱਥੋਂ ਹੋਣਾ? ਹੁਣ ਦੇਸੀ ਘਿਓ ਜਿਹੜਾ ਨਾ ਘਰ ਦਾ ਪਿਓਰ ਘਿਓ ਜਾਂ ਪਿਓਰ ਦੁੱਧ, ਇਹ ਗੂਗਲ ਤੋਂ ਤੇ ਨਹੀਂ ਨਾ ਡਾਊਨਲੋਡ ਹੋਣਾ। ਇਹ ਤੁਸੀਂ ਆਪਣੀਆਂ ਦੁਕਾਨਾਂ ਦੇ ਵਿੱਚ ਗਾਵਾਂ ਮੱਝਾਂ ਰੱਖ ਕੇ ਤੇ ਨਹੀਂ ਨਾ ਕਰ ਸਕਦੇ। ਇਹ ਵੀ ਉੱਥੋਂ ਹੋਣਾ, ਇਹ ਵੀ ਉੱਥੋਂ ਹੋਣਾ। ਤੇ ਜਿਹੜੇ ਕਈ ਲੋਕ ਆਉਂਦੇ ਨਹੀਂ, ਇੱਕ ਵਾਰੀ ਪੰਜਾਬ ਗਏ ਜੀ, ਸਰਸੋਂ ਦਾ ਸਾਗ ਮੱਕੀ ਦੀ ਰੋਟੀ ਖਾਧੀ ਜੀ। ਤੇ ਜਿਹਨੇ ਵੀ ਕਿਤੇ ਸਰੋਂ ਦੀ ਸਾਗ ਤੇ ਮੱਕੀ ਦੀ ਰੋਟੀ ਦਾ ਸਵਾਦ ਵੇਖਿਆ ਨਾ, ਉਸ ਮਿੱਟੀ ਦਾ ਕਰਜ਼ਦਾਰ ਹੈ, ਉਹਨੂੰ ਕਿਸਾਨਾਂ ਦੇ ਨਾਲ ਖਲੋਣਾ ਚਾਹੀਦਾ। ਉਹ ਸਵਾਦ ਵੀ ਕਿੱਥੋਂ ਆਇਆ? ਉਹ ਸਵਾਦ ਲਿਆਉਣ ਵਾਲਾ ਵੀ ਇਹ ਕਿਸਾਨ ਹੈ। ਜਿਹਨੇ ਕਿਤੇ ਲੱਸੀ ਦਾ ਸਵਾਦ ਵੇਖਿਆ, ਮੱਖਣ ਦਾ ਸਵਾਦ ਵੇਖਿਆ ਨਾ, ਉਹ ਕਰਜ਼ਦਾਰ ਹੈ ਇਸ ਕਿਸਾਨੀ ਦਾ। ਇਹ ਸਾਰਾ ਕੁਝ ਕਿਸਾਨੀ ਦੇ ਵਿੱਚੋਂ ਆਉਂਦਾ ਹੈ। ਗੱਲ ਨੇੜੇ ਰੱਖਾਂ, ਜੇ ਇਹ ਕਿਸਾਨੀ ਬਚੇਗੀ ਤੇ ਤੁਹਾਡੇ ਕੋਲ ਆ ਸਬਜ਼ੀਆਂ ਪਹੁੰਚਣਗੀਆਂ। ਫਿਰ ਨਹੀਂ ਤੇ ਅੱਜ ਕੇ ਸ਼ਹਿਰ ਵਾਲਿਆਂ ਨੂੰ ਉਹ ਲੱਗਦਾ ਵੀ ਨਹੀਂ ਸਾਨੂੰ ਕੋਈ ਫਰਕ ਨਹੀਂ। ਫਰਕ ਪਤਾ ਲੱਗਣਾ, ਫਰਕ ਪਤਾ ਲੱਗਣਾ। ਅੱਜ ਸਾਡੇ ਦੇਸ਼ ਵਿੱਚ ਜਿਹੜਾ ਤੇਲ ਆਉਂਦਾ ਨਾ, ਇਹ 25-30 ਰੁਪਏ ਲੀਟਰ ਆਉਂਦਾ ਤੇ ਤੁਸੀਂ 90 ਰੁਪਏ 80 ਰੁਪਏ ਲੀਟਰ ਲੈਂਦੇ ਹੋ। ਇਹ ਕਾਰਪੋਰੇਟਰ ਸਿਸਟਮ ਹੈ। ਇਸੇ ਤਰ੍ਹਾਂ ਆਹੀ ਸਬਜ਼ੀਆਂ, ਆਹੀ ਦਾਲਾਂ, ਆਹੀ ਰੋਟੀ, ਆਹੀ ਆਟਾ ਤੁਹਾਨੂੰ ਫਿਰ ਇਸੇ ਭਾਅ ਮਿਲੇਗਾ, ਫਿਰ ਪਤਾ ਲੱਗੇਗਾ। ਇਸ ਵਾਸਤੇ ਮੈਂ ਗੱਲ ਕਰ ਰਿਹਾ ਸਾਂ, ਸਾਡੇ ਬਜ਼ੁਰਗ ਉਹਨਾਂ ਨੇ ਇਹ ਅਗਵਾਈ ਕੀਤੀ ਤੇ ਜਵਾਨੀ ਦੇ ਜੋਸ਼ ਨੇ ਫਿਰ ਦੁਨੀਆ ਹਿਲਾ ਛੱਡੀ। ਦੁਨੀਆ ਤੇ ਇੱਥੇ ਪ੍ਰੋਟੈਸਟ ਤੇ ਬੜੇ ਹੋਏ, ਜੰਤਰ ਮੰਤਰ ਧਰਨੇ ਤੇ ਬੜੇ ਹੋਏ, ਪਰ ਇਹੋ ਜਿਹਾ ਕਿਸੇ ਨੇ ਨਹੀਂ ਕੀਤਾ। ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਹਾਈਟ ਬੜੀ ਉੱਚੀ। ਪਿੱਛੇ ਤੁਸੀਂ ਸੁਣਿਆ ਵੀ ਮਾੜਾ ਘੋੜਾ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਸਵਾਰੀ ਦੀ ਕਾਢ ਨਹੀਂ ਸੀ ਕੱਢਦਾ। ਹਰਗੋਬਿੰਦਪੁਰੇ ਦੇ ਜੰਗ ਤੋਂ ਬਾਅਦ ਤੁਸੀਂ ਇਹ ਸੁਣਿਆ ਵੀ ਮਹਾਰਾਜ ਜੀ ਦਾ ਘੋੜਾ ਜੰਗ ਵਿੱਚ ਸ਼ਹੀਦ ਹੋ ਗਿਆ ਸੀ ਤੇ ਮਹਾਰਾਜ ਜੀ ਵਾਸਤੇ ਘੋੜਾ ਨਹੀਂ ਸੀ ਮਿਲਦਾ। ਜਿਹੜੇ ਘੋੜੇ ਲਿਆਉਂਦੇ ਸੀ ਨਾ ਵੀ ਆਹ ਮਹਾਰਾਜ ਬੜਾ ਚੰਗਾ, ਮਹਾਰਾਜ ਜੀ ਨੇ ਸਵਾਰੀ ਕਰਨੀ, ਜਦੋਂ ਮਹਾਰਾਜ ਨੇ ਉੱਪਰ ਸਵਾਰ ਹੋਣਾ ਤੇ ਦੜਾਉਣਾ, ਥੋੜੀ ਜਿਹੀ ਦੂਰ ਜਾ ਕੇ ਘੋੜਾ ਹੰਭ ਜਾਂਦਾ ਸੀ ਤੇ ਮਹਾਰਾਜ ਜਾਂਦੇ ਸੀ ਨਹੀਂ ਸੀ ਸਾਡੇ ਯੋਗ ਨਹੀਂ। ਭਾਈ ਸੁਭਾਗਾ ਲਿਆਇਆ ਸੀ 5 ਘੋੜੇ, ਕਾਬਲ ਕੰਧਾਰ ਦੇ ਇਲਾਕੇ ਚੋਂ ਸੰਗਤ ਆਈ, ਉਹਨਾਂ ਦੇ ਨਾਲ ਪਿਸ਼ੌਰ ਤੋਂ ਸਿੱਖ। ਉਹਨਾਂ 5 ਘੋੜਿਆਂ ਚੋਂ ਇੱਕ ਘੋੜਾ ਸੀ ਜਿਹੜਾ ਸਤਿਗੁਰੂ ਮਹਾਰਾਜ ਜੀ ਨੂੰ ਪਸੰਦ ਆਇਆ। ਇੰਨੀ ਡੀਲ ਡੌਲ ਸੀ ਸੱਚੇ ਪਾਤਸ਼ਾਹ ਜੀ ਦੀ। ਇਸੇ ਤਰ੍ਹਾਂ ਦੀ ਡੀਲ ਡੌਲ, ਚੌੜੀ ਛਾਤੀ, ਉੱਚੀ ਕੱਦ ਕਾਠੀ, ਤਾਕਤਵਰ ਭੁਜਾਵਾ, ਵੱਡੇ ਵੱਡੇ ਸਤਿਗੁਰੂ ਮਹਾਰਾਜ ਜੀ ਦੇ ਡੌਲੇ, ਖੁੱਲੇ ਚੌੜੇ ਹੱਥ ਤੇ ਨੂਰਾਨੀ ਚਿਹਰਾ। ਤੇ ਕਵੀ ਜੀ ਕਹਿੰਦੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਿਹੜਾ ਦਾੜਾ ਸੀ ਨਾ, ਦਾੜਾ ਸ਼ਮਸ਼ ਦਾੜਾ, ਸਤਿਗੁਰੂ ਮਹਾਰਾਜ ਜੀ ਦਾ ਦਾੜਾ ਬੜਾ ਲੰਬਾ ਸੀ। ਆਪਣੇ ਪਿਤਾ ਗੁਰੂ ਹਰਗੋਬਿੰਦ ਮਹਾਰਾਜ ਜੀ ਵਰਗਾ ਇਹਨਾਂ ਦਾ ਦਾੜਾ ਬੜਾ ਸੁੰਦਰ ਤੇ ਲੰਬਾ ਸੀ।
ਸਾਪੇ ਰਹੇ ਨਾ ਆਪ ਜਨਾਇਓ। ਐਸੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਇੰਨੇ ਸਾਲਾਂ ਤੋਂ ਜਿਹੜੇ ਗੁਪਤ ਰਹੇ, ਜਿਨ੍ਹਾਂ ਆਪਣਾ ਆਪ ਜਣਾਇਆ ਨਹੀਂ। ਭੇਦ ਨਹੀਂ ਕਿਨਹੂ ਸਿੱਖ ਪਾਇਓ। ਤੇ ਕਿਸੇ ਵੀ ਸਿੱਖ ਨੇ ਮੇਰੇ ਸਤਿਗੁਰੂ ਜੀ ਦਾ ਭੇਦ ਨਹੀਂ ਜਾਣਿਆ। ਸਿੱਖ ਸਰਦਾ ਹਿਤ ਪਤਾ ਬਤਾਵਾ। ਤੇ ਆਹ ਵੇਖੋ ਭਾਈ ਮੱਖਣ ਸ਼ਾਹ ਨੇ ਆ ਕੇ ਸੱਚੇ ਗੁਰੂ ਨੂੰ ਲੱਭ ਲਿਆ। ਸਾਗਰ ਵਿਖੇ ਜਹਾਜ ਲੰਗਾਵਾ। ਜਿਸ ਮੱਖਣ ਸ਼ਾਹ ਦਾ ਸਤਿਗੁਰੂ ਜੀ ਨੇ ਸਮੁੰਦਰ ਵਿੱਚ ਬੇੜਾ ਬੰਨੇ ਲਾਇਆ, ਜਾਤੇ ਜਾਹਰ ਪਏ ਜਹਾਨ। ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਹੁਣ ਪ੍ਰਗਟ ਹੋਏ ਨੇ ਦੁਨੀਆ ਵਿੱਚ। ਕਰੇ ਅਨਕ ਸਿੱਖਨ ਕਲਿਆਣ। ਆਪਣੇ ਸਿੱਖਾਂ ਦੀ ਸਤਿਗੁਰੂ ਮਹਾਰਾਜ ਜੀ ਕਲਿਆਣ ਭਾਵ ਭਲਾ ਕਰਨ ਵਾਲੇ ਨੇ। ਇਸ ਪ੍ਰਕਾਰ ਸੰਗਤ ਦਰਸੰਤੀ। ਇਸ ਤਰ੍ਹਾਂ ਦੂਰ ਦਰਾਡੇ ਤੋਂ ਸੰਗਤਾਂ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਦੀਆਂ। ਅਨਕ ਭਾਂਤ ਬਸਤਰ ਨਰਪੰਤੀ। ਅਨੇਕ ਤਰ੍ਹਾਂ ਦੀਆਂ ਭੇਟਾਵਾਂ ਬਸਤਰ ਮਾਇਆ ਇਤਿਆਦਿਕ ਲਿਆ ਕੇ ਭੇਟਾ ਕਰਦੀ। 14 ਪੀਰ ਪਈ ਬਾਏ। ਚਾਰ ਚਫੇਰੇ ਦਰਸ਼ਨ ਕਰਨ ਵਾਲਿਆਂ ਦੀਆਂ ਭੀੜਾਂ ਲੱਗੀਆਂ। ਬੰਦੇ ਪਾਏ ਨਸੀਸ ਟਕਾਏ। ਤੇ ਸੰਗਤਾਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਰੱਖ ਕੇ ਨਮਸਕਾਰਾਂ ਕਰਦੀਆਂ। ਮੱਖਣ ਦੋਏ ਚਮਰ ਜੋ ਲਿਆਵਾ। ਮੱਖਣ ਸ਼ਾਹ ਸਤਿਗੁਰੂ ਮਹਾਰਾਜ ਜੀ ਵਾਸਤੇ 2 ਚੌਰ ਲੈ ਕੇ ਆਇਆ ਸੀ। ਦੋਏ ਦਿਸ ਮੈਂ ਸੋ ਬਰੀ ਤੂ ਚਲਾਵਾ। ਉਹ ਚੌਰ ਸਤਿਗੁਰੂ ਮਹਾਰਾਜ ਜੀ ਨੂੰ ਭੇਟਾ ਕੀਤੇ ਤੇ ਸਿੱਖ ਗੁਰੂ ਮਹਾਰਾਜ ਜੀ ਦੇ ਸੀਸ ਉੱਪਰ ਚੌਰ ਕਰਦੇ। ਦੇਖੋ ਗੁਰੂ ਦਾ ਸਿੱਖ ਤੇ ਸਿਦਕ ਵੇਖੋ, ਉਹਦੀ ਸੋਚ ਵੇਖੋ। ਇਹ ਧੀਰਮਲ ਕੋਲ ਵੀ ਜਾਇਆ, ਇਹ ਬਾਕੀ ਸਾਰਿਆਂ ਕੋਲ ਜਾਇਆ, ਪਰ ਇਹਨੇ ਕਿਸੇ ਨੂੰ ਚੌਰ ਸਾਹਿਬ ਨਹੀਂ ਸੀ ਭੇਟਾ ਕੀਤੇ। ਇਸੇ ਲਈ ਗੁਰੂ ਨੇ ਨਾ ਚਵਰ ਛਤਰ ਤਖਤ ਦੇ ਮਾਲਕ ਚੌਰ ਉਹਨੂੰ ਭੇਟਾ ਕਰਾਂਗਾ ਜਿਹੜਾ ਚੌਰ ਦਾ ਮਾਲਕ ਹੋਏਗਾ। ਤੇ ਚੌਰ ਦਾ ਮਾਲਕ ਧੰਨ ਗੁਰੂ ਤੇਗ ਬਹਾਦਰ ਮਹਾਰਾਜ। ਚੌਰ ਸਾਹਿਬ 2 ਭੇਟਾ ਕੀਤੇ ਸਤਿਗੁਰੂ ਮਹਾਰਾਜ ਜੀ ਦੇ। ਪਿਛਲੇ ਪਾਸੇ ਇੱਕ ਸੱਜੇ ਇੱਕ ਖੱਬੇ ਸਿੱਖ ਖਲੋ ਕੇ ਸਾਹਿਬ ਜੀ ਦੇ ਸੀਸ ਤੇ ਚੌਰ ਕਰਨ ਲੱਗੇ। ਸਿੱਖ ਨ ਸਾਥ ਬਰਤਾਪ ਲਾਪ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੂੰ ਭਾਈ ਮੱਖਣ ਸ਼ਾਹ ਲੁਬਾਣੀ ਨੇ 9 ਅਕਤੂਬਰ 1664 ਨੂੰ ਬਕਾਲੇ ਦੀ ਧਰਤੀ ਤੇ ਗੁਰੂ ਰੂਪ ਵਿੱਚ ਪ੍ਰਗਟ ਕਰਕੇ ਤੁਹਾਡੇ ਤੇ ਮੇਰੇ ਤੇ ਆਪਣੇ ਸਾਰਿਆਂ ਤੇ ਸਾਰੇ ਸੰਸਾਰ ਤੇ ਔਰ ਸਾਰੇ ਹਿੰਦ ਵਾਸੀਆਂ ਦੇ ਉੱਪਰ ਇਹ ਬਹੁਤ ਵੱਡਾ ਪਰਉਪਕਾਰ ਕੀਤਾ, ਜੋ ਸੱਚੇ ਗੁਰੂ ਮਹਾਰਾਜ ਜੀ ਨੂੰ ਪ੍ਰਗਟ ਕਰਕੇ ਤੇ ਆਪ ਉੱਚੇ ਟਾਰੀ ਤੇ ਚੜ ਕੇ ਆਖਿਆ ਭੁੱਲੀਏ ਸੰਗਤੇ ਸੱਚਾ ਗੁਰੂ ਲੱਭ ਗਿਆ। ਉਸ ਤੋਂ ਬਾਅਦ ਕੀ ਹੋਇਆ, ਕਿਵੇਂ ਜਿਹੜੇ ਝੂਠੇ ਬਕਾਲੇ ਵਿੱਚ ਬੈਠੇ ਸੋਢੀ ਸਨ ਮਹਾਰਾਜ ਜੀ ਨਾਲ ਈਰਖਾ ਕਰਨ ਲੱਗੇ। ਈਰਖਾ ਕਰਕੇ ਕਿੱਥੋਂ ਤੱਕ ਪਹੁੰਚਦੇ ਨੇ ਪ੍ਰਸੰਗ ਅਗਲੇ ਦੀਵਾਨਾਂ ਵਿੱਚ। ਆਪ ਸੰਗਤਾਂ ਨੂੰ ਬੇਨਤੀ ਹੈ, ਬੜਾ ਰੌਚਕ ਇਤਿਹਾਸ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਨਾਲ ਆਪਾਂ 2-4 ਹੀ ਗੱਲਾਂ ਜਾਣਦੇ ਆ ਵੀ ਮਹਾਰਾਜ ਜੀ ਦਾ ਅਵਤਾਰ ਜਿਹੜਾ ਉਹ ਅੰਮ੍ਰਿਤਸਰ ਸਾਹਿਬ ਹੋਇਆ, ਗੁਰੂ ਰੂਪ ਵਿੱਚ ਬਕਾਲੇ ਪ੍ਰਗਟ ਹੋਏ, ਆਨੰਦਪੁਰ ਸਾਹਿਬ ਰਹੇ, ਫਿਰ ਮਹਾਰਾਜ ਜੀ ਪਟਨਾ ਸਾਹਿਬ ਚਲੇ ਗਏ, ਫਿਰ ਵਾਪਸ ਆਨੰਦਪੁਰ ਸਾਹਿਬ ਆਏ, ਉੱਥੋਂ ਮਹਾਰਾਜ ਦਿੱਲੀ ਆਏ ਤੇ ਸ਼ਹੀਦੀ ਹੋ ਗਈ। ਆਹ 5-4 ਗੱਲਾਂ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਬਾਰੇ ਜਾਣਦੇ ਹਾਂ। ਹੋਰ ਕਿੱਥੇ ਕਿੱਥੇ ਸਤਿਗੁਰੂ ਗਏ, ਕਿਹੜੇ ਕਿਹੜੇ ਕੌਤਕ ਕੀਤੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਪਰਾਲਾ ਕੀਤਾ ਪਿਛਲੀ 19 ਤਰੀਕ ਤੋਂ। ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਦੀ ਲੜੀਵਾਰ ਕਥਾ ਸ਼ੁਰੂ ਹੋਈ ਹੈ, ਜਿਸ ਵਿੱਚ ਇੱਕ ਇੱਕ ਦਿਨ ਦਾ ਇਤਿਹਾਸ, ਕਿਹੜੇ ਨਗਰ ਵਿੱਚ ਗਏ, ਕਿਹੜੇ ਥਾਂ ਗਏ, ਕਿਹੜਾ ਸਿੱਖ ਮਿਲਿਆ, ਕਿਹੜੇ ਕਿਹੜੇ ਮੁਸਲਮਾਨ ਸ਼ਰਧਾਲੂਆਂ ਨੇ ਸੇਵਾ ਕੀਤੀ, ਅਸਾਮ ਤੱਕ ਸਤਿਗੁਰੂ ਕਿਸ ਤਰ੍ਹਾਂ ਗਏ, ਇਹ ਸਾਰਾ ਇਹਦੇ ਵਿੱਚ ਇਤਿਹਾਸ ਆਏਗਾ। ਜਿਹੜੀ ਸੰਗਤ ਹਰ ਰੋਜ਼ ਨਹੀਂ ਪਹੁੰਚ ਸਕਦੀ, ਆਪ ਜੀ ਆਪਣੇ ਘਰ ਬੈਠੇ ਆਪਣੇ ਕੰਪਿਊਟਰ ਤੇ, ਲੈਪਟਾਪ ਤੇ, ਮੋਬਾਈਲ ਤੇ ਇਹ ਘਰ ਬੈਠੇ ਵੀ 3 ਤੋਂ 4 ਕਥਾ ਸੁਣ ਸਕਦੇ ਹੋ। ਗੁਰਦੁਆਰਾ ਸੀਸਗੰਜ ਸਾਹਿਬ ਦਾ ਪੇਜ ਹੈ ਫੇਸਬੁੱਕ ਤੇ, ਉਹਦੇ ਤੇ ਸੁਣ ਸਕਦੇ ਹੋ। ਗੁਰਦੁਆਰਾ ਸੀਸਗੰਜ ਸਾਹਿਬ ਦਾ YouTube ਚੈਨਲ ਹੈ, ਉਹਦੇ ਤੇ ਸੁਣ ਸਕਦੇ ਹੋ। ਇਹ ਸਾਰੀ ਕਥਾ ਫਿਰ ਨਾਲ ਦੀ ਨਾਲ ਰਿਕਾਰਡ ਕਰਕੇ ਦੱਸਦੇ ਆਪਣੇ YouTube ਚੈਨਲ ਤੇ ਉਹ ਕਥਾ ਪਾ ਦਈਦੀ ਹੈ, ਉਹਦੇ ਤੋਂ ਆਪ ਜੀ ਸੁਣ ਸਕਦੇ ਹੋ। ਤੇ ਲੜੀਵਾਰ ਹਰ ਇੱਕ ਦਿਨ ਦਾ ਅੱਗੇ ਤੋਂ ਅੱਗੇ ਇਤਿਹਾਸ ਆਪ ਜੀ ਇਸ ਤਰ੍ਹਾਂ ਵੀ ਸੁਣ ਸਕਦੇ ਹੋ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।